So it's Friday morning. Morning नहीं afternoon हो गया 1 बज के almost 45 मिनट हो चुके 27-28 डिग्री टेम्परेचर आउटसाइड। मैं एक रूटीन फॉलो करता हूँ, उसका नाम है मर्फ। उन्होंने फिनिश किया ये रूटीन ਨੂੰ ਮੈਨੂੰ ਆਲਮੋਸਟ 1 ਘੰਟਾ ਲੱਗਦਾ ਡੇਲੀ। ਤੇ 45 ਮਿੰਟ ਤਾਂ ਸਾਰੇ ਕਹਿੰਦੇ ਵੀ ਐਕਸਰਸਾਈਜ਼ ਰੋਜ਼ ਕਰਨੀ ਚਾਹੀਦੀ ਹੈ, ਬਟ ਇਹਦੇ ਥੋੜਾ ਜਿਹਾ ਜ਼ਿਆਦਾ ਟਾਈਮ ਲੱਗਦਾ ਕਿਉਂਕਿ ਇੱਕ ਤਾਂ ਗਰਮੀ ਬਹੁਤ ਜ਼ਿਆਦਾ ਹੋਣ ਕਰਕੇ ਤੁਸੀਂ ਐਗਜ਼ੌਸਟ ਜਲਦੀ ਹੋ ਜਾਂਦੇ ਹੋ। ਤੁਸੀਂ ਐਗਜ਼ੌਸਟ ਜਲਦੀ ਹੋ ਜਾਂਦੇ। ਜਿਹੜਾ ਅੱਜ ਦਾ ਮੇਨ ਟੌਪਿਕ ਹੈ ਨਾ ਉਹ ਐਕਸਰਸਾਈਜ਼ ਜਾਂ ਵੈਦਰ ਜਾਂ ਫਰਾਈਡੇ ਨਹੀਂ ਹੈ। ਅੱਜ ਦਾ ਮੇਨ ਆਪਾਂ ਜਿਹੜੀ ਗੱਲਬਾਤ ਕਰਨੀ ਹੈ ਉਹ ਕਰਨੀ ਹੈ ਫਿਲਮ ਮੇਕਿੰਗ 'ਤੇ। ਮੈਂ ਇੱਕ ਨਵਾਂ ਫਿਲਮ ਮੇਕਰ ਹਾਂ, ਹਾਲੇ ਰੀਸੈਂਟਲੀ ਸਟਾਰਟ ਕੀਤਾ। 2015 'ਚ ਇੱਕ ਫਿਲਮ ਬਣਾਈ ਸੀ, ਸ਼ਾਰਟ ਫਿਲਮ, ਅਤੇ ਉਦੋਂ ਤਾਂ ਬਿਲਕੁਲ ਨੌਲੇਜ ਨਹੀਂ ਸੀ। ਫਿਰ ਉਸ ਤੋਂ ਬਾਅਦ ਕੁਛ ਛੋਟੀਆਂ YouTube ਵੀਡੀਓਜ਼ ਬਣਾਈਆਂ, 1-2 ਹੋਰ ਸ਼ਾਰਟਸ ਬਣਾਈਆਂ। ਵੌਇਸ ਮੇਲ ਦਾ ਮੈਸੇਜ ਹੈ, ਅਤੇ 1-2 ਸ਼ਾਰਟ ਫਿਲਮਾਂ ਬਣਾਈਆਂ ਨਾ। ਹੁਣ ਰੀਸੈਂਟਲੀ ਫਿਲਮ ਬਣਾਈ ਅਸੀਂ ਅਬਾਊਟ, ਬਹੁਤਿਆਂ ਨੇ ਦੇਖੀ ਹੈ, ਬਹੁਤ ਜ਼ਿਆਦਾ ਵਧੀਆ ਰਿਸਪੌਂਸ ਰਿਹਾ। ਹੁਣ ਵੀ ਤੁਸੀਂ ਕਦੇ ਪਿਟਾਰਾ TV ਦੇਖੋ ਤਾਂ ਚੱਲਦੀ ਹੁੰਦੀ ਹੈ, ਮਤਲਬ ਆਈ ਗੈਸ ਟਵਾਈਸ ਅ ਮੰਥ ਤਾਂ ਲਾਉਂਦੇ ਕਿਉਂਕਿ ਉਹਨਾਂ ਕੋਲ ਵੀ ਬਹੁਤ ਫਿਲਮਾਂ ਨੇ। ਅਤੇ ਅਸੀਂ ਪਿਟਾਰਾ ਨੂੰ ਸੈਲ ਕੀਤੀ, ਬਹੁਤ ਸੋਹਣਾ ਸਾਨੂੰ ਜਿਹੜਾ ਉਹਨਾਂ ਨੇ ਪ੍ਰਾਈਜ਼ ਦਿੱਤਾ ਫਿਲਮ ਦਾ। ਸਾਡੇ ਪੈਸੇ ਪੂਰੇ ਕਰਾਏ, ਕੁਛ ਮੂੰਹ ਮਿੱਠਾ ਕਰਾਇਆ। ਉਸ ਤੋਂ ਬਾਅਦ ਅਸੀਂ ਜਿਹੜਾ ਹੈਗਾ, ਪਹਿਲੀ ਫਿਲਮ ਸੀ, ਸਾਨੂੰ ਜ਼ਿਆਦਾ ਉਹਦਾ ਕੋਈ ਸਮਝ ਨਹੀਂ ਸੀ, ਸਾਨੂੰ ਜ਼ਿਆਦਾ ਕੋਈ ਨੌਲੇਜ ਨਹੀਂ ਸੀ ਕਿ ਇਹਦੇ ਰਾਈਟਸ ਹੋਰ ਕਿੱਥੇ ਵਿਕਦੇ ਆ। ਅਸੀਂ ਉਹਨਾਂ ਨੂੰ ਸਾਰੇ ਰਾਈਟਸ ਵੇਚਦੇ ਸੀ ਕਿਉਂਕਿ ਸਾਨੂੰ ਪ੍ਰੋਫਿਟੇਬਲ ਲੱਗਿਆ। ਐਂਡ ਸਾਨੂੰ ਲੱਗਿਆ ਕਿ ਫॉर ਫਸਟ ਟਾਈਮ ਫਿਲਮ ਮੇਕਰ ਜੇ ਕੋਈ ਵੱਡਾ TV ਤੁਹਾਨੂੰ ਹੱਥ ਪਾ ਰਿਹਾ, ਦੈਟ ਮੀਨਸ ਇਟਸ ਅ ਗੁੱਡ ਚਾਂਸ। ਸੋ ਅਸੀਂ ਉਹਨੂੰ ਵੇਚਤਾ। ਉਸ ਤੋਂ ਬਾਅਦ ਸਾਨੂੰ ਜਿਹੜਾ ਹੈਗਾ ਕੈਨੇਡੀਅਨ ਗਵਰਨਮੈਂਟ ਦੀ ਰਿਬੇਟ ਸੋ ਕੈਨੇਡੀਅਨ ਗਵਰਨਮੈਂਟ ਦੀ ਰਿਬੇਟ ਜਿਹੜੀ ਹੈ ਕਿ ਉਹਦੇ 'ਚ ਕੀ ਹੈ ਕਿ ਜਦੋਂ ਤੁਸੀਂ ਕੈਨੇਡਾ 'ਚ ਫਿਲਮ ਬਣਾਉਂਦੇ ਹੋ ਤਾਂ ਤੁਹਾਨੂੰ ਕੈਨੇਡੀਅਨ ਗਵਰਨਮੈਂਟ ਕੁਛ ਰਿਬੇਟ ਦਿੰਦੀ ਹੈ ਔਨ ਦਾ ਟੈਕਸ ਕ੍ਰੈਡਿਟ, ਪਲੱਸ ਕੈਨੇਡੀਅਨ ਫਿਲਮ ਫਰਟਰਨਿਟੀ ਜਿਹੜੀ ਹੈ ਉਹਨਾਂ ਵੱਲੋਂ ਵੀ ਕੁਛ ਪਰਸੈਂਟੇਜ ਆਫ ਟੂਰਿਜ਼ਮ ਪ੍ਰਮੋਸ਼ਨ ਜਾਂ ਕਹਿ ਲਓ ਵੀ ਸਿਨੇਮਾ ਪ੍ਰਮੋਸ਼ਨ, ਕਲਚਰਲ ਪ੍ਰਮੋਸ਼ਨ ਦਾ ਬਜਟ ਆ, ਉਹਦੇ ਵਿੱਚੋਂ ਵੀ ਕੁਛ ਪਰਸੈਂਟੇਜ ਤੁਹਾਡੀ ਫਿਲਮ ਦੇ ਵਾਪਸ ਆਉਂਦੇ। ਸੋ ਸਾਨੂੰ ਉਹ ਵੀ ਵਾਪਸ ਆਏ। ਓਵਰਆਲ ਫਸਟ ਪ੍ਰੋਜੈਕਟ, ਫਸਟ ਟਾਈਮ ਫਿਲਮ ਮੇਕਰ, ਇਟ ਵਾਜ਼ ਅ ਫਿਨੋਮੀਨਲ ਹਿੱਟ ਇਨ ਟਰਮਸ ਆਫ ਬਜਟ। ਅਸੀਂ ਬਹੁਤ ਟਾਈਟ ਬਜਟ 'ਚ ਫਿਲਮ ਬਣਾਈ ਸੀ। in terms of storyline it was amazing। एक अच्छी स्टोरी सी, रियलिस्टिक फैक्टर्स देते फिल्म से। इतना नहीं कि चक के बंदे मारे, 15 बंदे उड़ाते, या एक मुंडा कुड़ी दे पिछे भजी आ रहा है, वो इश्क मुहब्बत है ना, कोई इदा का नहीं सी। बड़ा जो सोसाइटी च हो रहा है वो टॉपिक से। फिर असी अगे एक ਹੁਣ ਵੈਬ ਸੀਰੀਜ਼ ਕੰਪਲੀਟ ਕੀਤੀ ਹੈ ਸਾਡੀ, ਉਹਦਾ ਨਾਂ ਹੈ ਡਿਸਾਈਡਡ ਹੈ, ਅਤੇ ਬਾਅਦ 'ਚ ਦੱਸਾਂਗੇ। ਚਲੋ ਹਾਲੇ ਉੱਤੇ ਥੋੜ੍ਹੀ ਜਿਹੀ ਡਿਬੇਟ ਚੱਲ ਰਹੀ ਹੈ। ਸੋ ਉਹ ਵੀ ਸਾਡੀ ਵੈਬ ਸੀਰੀਜ਼ ਟੋਟਲੀ ਕੈਨੇਡੀਅਨ ਹੈ, 6 ਐਪੀਸੋਡ ਹੈ, ਐਡਿਟ ਕੰਪਲੀਟ ਹੋ ਚੁੱਕਿਆ। ਹੁਣ ਉਹਦਾ ਜਿਹੜਾ ਹੈਗਾ DI ਜਾਂ ਕਹਿ ਲਓ CG ਕਲਰ ਗ੍ਰੇਡਿੰਗ ਦਾ ਉਹਦਾ ਕੰਮ ਚੱਲ ਰਿਹਾ ਇੰਡੀਆ 'ਚ, ਨਾਲ ਮਿਊਜ਼ਿਕ ਦਾ ਕੰਮ ਚੱਲ ਰਿਹਾ। ਉਹ ਵੀ ਇੱਕ ਸ਼ਾਨਦਾਰ ਵੈਬ ਸੀਰੀਜ਼
ਬਣ ਕੇ ਸਾਹਮਣੇ ਆਈ ਹੈ। ਕਿਉਂਕਿ ਜਦੋਂ ਅਸੀਂ ਬਣਾ ਰਹੇ ਸੀਗੇ ਅਸੀਂ ਸਾਰਾ ਕੁਛ ਥੋੜ੍ਹਾ ਜਿਹਾ ਐਕਸਪੈਰੀਮੈਂਟਲ ਕੀਤਾ ਉਹਦੇ 'ਚ, ਅਤੇ ਸਾਰਾ ਕੁਛ ਮਤਲਬ ਕਹਿ ਲਓ ਵੀ ਐਕਸਪੈਰੀਮੈਂਟਲ ਹੁੰਦਾ ਜਦੋਂ ਤੁਸੀਂ ਨਵੇਂ ਹੁੰਦੇ ਹੋ। ਤੁਸੀਂ ਜਿਹੜੀ ਵੀ ਚੀਜ਼ ਬਣਾਉਂਦੇ ਹੋ ਉਹ ਮੋਸਟਲੀ ਤੁਹਾਡੇ ਤਜਰਬੇ ਹੀ ਨਿਖਾਰਦੇ, ਤੁਹਾਡਾ ਐਕਸਪੈਰੀਮੈਂਟ ਹੁੰਦਾ। ਫੋਰ ਦਾ ਫਸਟ ਟਾਈਮ ਤੁਸੀਂ ਕੋਈ ਚੀਜ਼ ਬਣਾ ਰਹੇ ਹੋ, ਉਹ ਤੁਹਾਡਾ ਐਕਸਪੈਰੀਮੈਂਟ ਹੈ, ਉਹ ਤੁਹਾਨੂੰ ਨਿਖਾਰ ਰਹੀ ਹੈ ਨਾ। ਸੋ ਇੱਦਾਂ ਦਾ। ਹੁਣ ਉਸ ਤੋਂ ਬਾਅਦ ਕੀ ਹੋਇਆ ਕਿ ਅੱਗੇ ਅਸੀਂ ਵੈਬ ਸੀਰੀਜ਼ ਦੀ ਤੁਹਾਨੂੰ ਮੈਂ ਗੱਲ ਦੱਸਦਾ ਵੀ ਉਹ ਅਸੀਂ ਇੱਥੇ ਬਣਾਈ ਹੈ। ਉਹਦੇ 'ਚ ਕਾਮੇਡੀ ਹੈ, ਉਹਦੇ 'ਚ ਐਕਸ਼ਨ ਵੀ ਹੈ। ਐਕਸ਼ਨ ਥੋੜ੍ਹਾ ਜਿਹਾ ਮਤਲਬ ਲਾਈਟ ਜਿਹਾ ਐਕਸ਼ਨ ਹੈ, ਕੋਈ ਉਹਦੇ 'ਚ ਐਕਸ਼ਨ ਨਹੀਂ ਕਰਦਾ। ਵਿਲਨ ਵੀ ਕਾਮਿਕ ਹੈ ਐਕਚੁਅਲੀ, ਇਹਦੇ ਵਿੱਚ ਵਿਲਨ ਵੀ ਕਾਮੇਡੀ ਕਰਦਾ ਅਤੇ ਐਂਟਰਟੇਨਿੰਗ ਹੈ। ਉਹ ਮੈਂ ਇਹ ਨਹੀਂ ਕਹੂੰਗਾ ਵੀ ਉਹ ਕੋਈ ਜਨਰਲ ਨੌਲੇਜ ਵਾਲੀ ਹੈ, ਉਹ ਐਂਟਰਟੇਨਿੰਗ ਹੈ। ਉਹ ਇੱਕ ਐਂਟਰਟੇਨਮੈਂਟ ਫੈਕਟਰ ਦੇਖ ਕੇ ਬਣਾਈ ਸੀ ਵੈਬ ਸੀਰੀਜ਼। ਅਤੇ ਇੱਕ ਅਸੀਂ ਰੀਸੈਂਟਲੀ ਰਿਲੀਜ਼ ਕਰਨ ਜਾ ਰਹੇ ਹਾਂ ਜਿਹਦਾ ਨਾਮ ਹੈ COVID-19 ਏ ਲਾਕਡਾਊਨ ਟੇਲ। ਉਹ ਮੂਵੀ ਲਾਕਡਾਊਨ 'ਤੇ ਬਣੀ ਹੈ। ਸਰ ਤੁਸੀਂ ਦੇਖਦੇ ਹੋ ਕਿ ਮੈਂ ਬਹੁਤ ਪਸੀਨੀ ਹਾਂ, ਮੈਨੂੰ ਬੜੀ ਗਰਮੀ ਆਈ ਹੈ, ਹੈ ਨਾ। ਇਹਦੇ ਬਾਰੇ ਆਪਾਂ ਗੱਲ ਹੀ ਨਹੀਂ ਕੀਤੀ। ਐਕਚੁਅਲੀ ਮੈਂ ਉਹੀ ਸੱਚ ਕੀਤੀ ਸੀ ਆਪਾਂ ਗੱਲ, ਮੈਨੂੰ ਭੁੱਲ ਗਿਆ। ਆਪਾਂ ਪਹਿਲਾਂ ਸ਼ੁਰੂ 'ਚ ਮੈਂ ਤੁਹਾਨੂੰ ਦੱਸਿਆ ਕਿ ਮੈਂ ਐਕਸਰਸਾਈਜ਼ ਕਰਕੇ ਨਿਕਲਿਆ। ਸੋ ਚਿੰਕੂਜ਼ੀ ਪਾਰਕ ਹੈ ਇੱਥੇ, ਉਹਦੇ 'ਤੇ ਹਿੱਲ 'ਤੇ ਮੈਂ ਜਾਂਦਾ ਉੱਪਰ ਵਾਪਸ ਉਹ ਐਕਸਰਸਾਈਜ਼ ਕੀਤੀ ਮੈਂ। ਸਾਡਾ ਇੱਥੇ ਸਟੂਡੀਓ ਬਣ ਰਿਹਾ। ਅਸੀਂ ਜਿਹੜੀ ਹੈਗੀ ਡਬਿੰਗ ਹੁਣ ਵੀ ਆਪ ਹੀ ਕਰਾਈ ਹੈ, ਕਿਉਂਕਿ ਸਾਡੇ ਜਿਹੜੇ ਪ੍ਰੋਜੈਕਟ ਨੇ ਉਹ ਅਸੀਂ ਆਪਦੇ ਅੰਡਰ ਸੁਪਰਵਿਜ਼ਨ ਦੇ ਅੰਡਰ ਕਰਾਉਂਦੇ ਹਾਂ। ਜਿਵੇਂ ਕਿ ਆਵਾਊਤ ਸਾਡੇ ਡਾਇਰੈਕਟਰ ਜੱਸੀ ਮਾਨ ਨੇ, ਉਹਨਾਂ ਨੇ ਆਪਦੀ ਸੁਪਰਵਿਜ਼ਨ ਦੇ ਅੰਡਰ ਕਰਾਈ। ਜਿਹੜੀ ਵੈਬ ਸੀਰੀਜ਼ ਆ ਉਹ ਸਾਰੀ ਜਸ਼ਨ ਨੇ ਆਪਦੇ ਅੰਡਰ ਕਰਾਈ, ਨਾਲੇ ਉਹਦੇ ਮਤਲਬ ਮੇਰਾ ਵੀ ਥੋੜ੍ਹਾ ਯੋਗਦਾਨ ਰਿਹਾ। ਅਤੇ ਇੱਕ ਕੋਵਿਡ ਦੀ ਜਿਹੜੀ ਸਾਡੀ ਫਿਲਮ ਹੈ ਲਾਕਡਾਊਨ ਟੇਲ, ਉਹ ਸਾਰੀ ਜਸ਼ਨ ਕਰਵਾ ਰਿਹਾ, ਔਰ ਉਹਨੇ ਬਹੁਤ ਸੋਹਣਾ ਕੰਮ ਕਰਾਇਆ ਉੱਤੇ। ਉਹ ਵੀ ਬਹੁਤ ਜਲਦੀ ਰਿਲੀਜ਼, ਸਭ ਤੋਂ ਪਹਿਲੀ ਰਿਲੀਜ਼ ਸਾਡੀ ਹੋਈ ਹੈ। ਸੋ ਇੱਕ ਅਸੀਂ ਫਿਲਮ ਬਣਾਈ ਹੈ ਇੰਡੀਆ ਦੇ ਵਿੱਚ, ਮੈਨੂੰ ਪਿਆਰ ਕਰਦੀ ਪ੍ਰਜਾਤ ਕੁੜੀਏ। ਉਹ ਫਿਲਮ ਪੰਜਾਬੀ ਸਿਨੇਮੇ ਨੂੰ ਇੱਕ ਨਵੇਂ ਮੋੜ 'ਤੇ, ਜਿਵੇਂ ਅੰਗਰੇਜ਼ ਲੈ ਕੇ ਗਈ ਸੀ ਇੱਕ ਨਵੇਂ ਸਾਈਡ, ਪੁਰਾਣੇ ਪੰਜਾਬ 'ਚ ਲੈ ਗਈ ਸੀ। ਫਿਰ ਉਸ ਤੋਂ ਬਾਅਦ ਪਹਿਲਾਂ ਕੈਰੀ ਔਨ ਜੱਟਾ ਸੀ, ਕੈਰੀ ਔਨ ਜੱਟਾ ਸਾਰਿਆਂ ਨੂੰ ਕਾਮੇਡੀ 'ਚ ਲੈ ਗਈ ਸੀ। ਸੋ ਜਿਹੜੀ ਇਹ ਸਾਡੀ ਫਿਲਮ ਹੈ ਮੈਨੂੰ ਪਿਆਰ ਕਰਦੀ ਪ੍ਰਜਾਤ ਕੁੜੀਏ, ਇਹ ਸਿਨੇਮੇ ਨੂੰ ਇੱਕ ਨਵਾਂ ਰੂਪ ਦੇਊਗੀ। ਉਹ ਇੱਕ ਡਿਫਰੈਂਟ ਤਰ੍ਹਾਂ ਦਾ ਸਿਨੇਮਾ ਉੱਭਰ ਕੇ ਆਊਗਾ ਉਸ ਮੂਵੀ ਤੋਂ ਬਾਅਦ। ਕੁਛ ਲੋਕ ਉਸ ਟਰੈਕ 'ਤੇ ਜ਼ਰੂਰ ਜਾਣਗੇ, ਕਿਉਂਕਿ ਉਹ ਟਰੈਕ ਵਧੀਆ ਟਰੈਕ ਹੈ। ਅਤੇ ਓਵਰਆਲ ਦੇਖਿਆ ਜਾਵੇ ਤਾਂ ਫਿਲਮ ਵੀ ਬਹੁਤ ਹੀ ਜ਼ਿਆਦਾ ਸ਼ਾਨਦਾਰ ਬਣੀ ਹੈ, ਮੈਨੂੰ ਪਿਆਰ ਕਰਦੀ ਪ੍ਰਜਾਤ ਕੁੜੀਏ। ਉਹਦੀ ਰਿਲੀਜ਼ ਹਾਲੇ ਥੋੜ੍ਹੀ ਜਿਹੀ ਜਿਵੇਂ ਕਹਿ ਲਓ ਵੀ ਸਤੰਬਰ ਅਕਤੂਬਰ 'ਤੇ ਜਾ ਸਕਦੀ ਹੈ, ਕਿਉਂਕਿ ਸਾਨੂੰ ਹੈਗਾ ਵੀ ਉਹ ਕਿਸੇ ਵਧੀਆ ਪਲੇਟਫਾਰਮ ਨੂੰ ਅਸੀਂ ਸੈੱਲ ਕਰੀਏ। ਉਹਦਾ ਸੋਹਣਾ ਬਜਟ ਆ ਉਹਦਾ। ਅਸੀਂ ਥੋੜ੍ਹਾ ਅੰਡਰ ਬਜਟ ਫਿਲਮਾਂ ਬਣਾਉਂਦੇ ਹਾਂ, ਅਸੀਂ ਜ਼ਿਆਦਾ ਬਜਟ ਨਹੀਂ ਲਾਉਂਦੇ, ਕਿਉਂਕਿ ਹਲੇ ਮੈਂ ਆਪ ਹੀ ਪ੍ਰੋਡਿਊਸ ਕਰਦਾ ਅਤੇ ਨਾਲ ਮੇਰੇ ਇੱਕ ਟੀਮ ਹੋਰ ਹੈ, ਟਿੰਗਲਿੰਗ ਵਾਈਬਸ ਹੈ, ਇੱਕ ਆਪਣਾ ਬੰਬੇ ਦਾ ਹੈਗਾ ਜੁੜਿਆ ਸਾਡੇ ਨਾਲ ਪ੍ਰੋਡਕਸ਼ਨ ਹਾਊਸ ਉਹ ਹੈ। ਸੋ ਪ੍ਰਜਾਤ ਦਾ ਵੀ ਇੱਦਾਂ ਦਾ ਸਾਹ ਆਇਆ। ਮੈਂ ਐਕਚੁਅਲੀ ਏਸੀ ਨਹੀਂ ਚਲਾਇਆ ਕਿਉਂਕਿ ਇੰਨੀ ਜ਼ਿਆਦਾ ਗਰਮੀ ਆਈ ਸੀ, ਉੱਥੇ ਗਰਮੀ ਬਹੁਤ ਸੀ। ਹੋ ਵਾਹਿਗੁਰੂ ਬਾਬਾ ਜੀ। ਸੋ ਏਸੀ ਤਾਂ ਨਹੀਂ ਚਲਾਇਆ ਕਿਉਂਕਿ ਗਰਮੀ ਬਹੁਤ ਸੀ ਨਾ। ਐਨੀਵੇ, ਅਤੇ ਕੀ ਲੈਣਾ ਚਾਬੀ ਹੈਗੀ ਹੈ, ਹੈਡਫੋਨ ਕੁਛ ਨਾ। ਅਤੇ ਉਹ ਇੱਕ ਨਵਾਂ ਸਿਨੇਮਾ ਜਿਹੜਾ ਕਿ ਹੋਊਗਾ, ਇਹ ਮੇਰੀ ਗੱਡੀ ਹੈ। ਇਹ ਮੇਰਾ ਗਰਾਜ ਇੱਥੋਂ ਮੈਂ ਦਾ ਬੰਦ ਹੋ ਜੂਗਾ। ਸੋ ਇਹਨਾਂ ਚਲੋ ਛੁੱਟੀਆਂ ਕਰਦਾ, ਇਹਨਾਂ ਦੀ ਸਾਰਿਆਂ ਕੋਲ ਹੀ ਹੈ। ਕੈਨੇਡਾ 'ਚ ਇਹ ਚੀਜ਼ਾਂ ਕਾਮਨ ਨੇ। ਵਾਹਿਗੁਰੂ। ਅਤੇ ਪ੍ਰਜਾਤ ਇੱਕ ਵਧੀਆ ਪ੍ਰੋਜੈਕਟ ਬਣੂਗਾ,
ਪੰਜਾਬ ਦੇ ਵਿੱਚ ਸਾਡੇ ਡਾਇਰੈਕਟਰ ਰਾਜੀਵ, ਜਿਨ੍ਹਾਂ ਨੇ ਨੈਸ਼ਨਲ ਅਵਾਰਡ ਵੀ ਵਿਨ ਕੀਤਾ ਆਪਦੀ, ਉਹਨਾਂ ਦੀ ਇੱਕ ਫਿਲਮ ਸੀ ਨਾਬਰ, ਉਹਦੇ ਲਈ। ਉਸ ਤੋਂ ਬਾਅਦ ਉਹਦੇ 'ਚ ਹੋਰ ਵੀ ਐਕਟਰ ਬੜੇ ਸੋਹਣੇ ਕੰਮ ਕਰ ਰਹੇ ਨੇ, ਨਾਮੀ ਐਕਟਰ ਨੇ ਉਹਦੇ 'ਚ। ਇਹਦਾ ਉਹ ਕਿੱਥੇ ਚਲੋ ਕਿਤੇ ਵੀ ਗਿਆ, ਉਹਦੇ ਨਾਮੀ ਐਕਟਰ ਨੇ, ਉਹ ਵੀ ਕੰਮ ਕਰ ਰਹੇ ਨੇ। ਹੁਣ ਉਹ ਫੋਨ ਡਿੱਗ ਪਿਆ, ਸੌਰੀ ਗਾਇਜ਼। ਹੁਣ ਕੀ ਹੋਇਆ ਕਿ ਫਸਟ ਟਾਈਮ ਫਿਲਮ ਮੇਕਰ ਦੀ ਗੱਲ ਕਰਾਂਗੇ ਆਪਾਂ। ਇਹ ਥੋੜ੍ਹੀ ਬੇਸਿਕ ਇਨਫੋਰਮੇਸ਼ਨ ਸੀਗੀ ਮੇਰੇ ਕੰਮ ਬਾਰੇ, ਮੇਰੀ ਚੀਜ਼ਾਂ ਬਾਰੇ, ਪਰ ਫਸਟ ਟਾਈਮ ਫਿਲਮ ਮੇਕਰ ਦੀ ਆਪਾਂ ਗੱਲ ਕਰਾਂਗੇ ਇੱਕ ਬਖਵੇ। ਸੋ ਹੁਣ ਨਹਾ ਨੂੰ ਕੇ ਨਿਕਲਿਆ, ਪਹਿਲਾਂ ਥੋੜ੍ਹਾ ਲਿਬੜਿਆ ਸੀ, ਹੁਣ ਸਾਫ ਸੁਥਰਾ ਹੋ ਗਿਆ। ਐਨੀਵੇ, ਤੇ ਆਪਾਂ ਗੱਲ ਕਰਦੇ ਸੀਗੇ ਵੀ ਜਿਹੜੇ ਛੋਟੇ ਫਿਲਮ ਮੇਕਰਸ ਨੇ, ਜਿਵੇਂ ਬਿਗਨਰਸ ਨੇ, ਅਸੀਂ ਹਾਂ, ਜਿਵੇਂ ਅਸੀਂ ਵੀ ਬਿਗਨਰਸ ਚਾਹੁੰਦੇ ਹਾਂ, ਹੈ ਨਾ, ਇਹਨਾਂ ਨੂੰ ਕਿਵੇਂ ਸਟਾਰਟ ਕਰਨਾ ਚਾਹੀਦਾ। ਸਟਾਰਟ ਇੱਕ ਬਹੁਤ ਕਹਿੰਦਾ ਵੀ ਔਖੀ ਚੀਜ਼ ਹੈ। ਸਟਾਰਟ ਕਰਨਾ ਕਿਸੇ ਵੀ ਚੀਜ਼ ਨੂੰ, ਕਿਸੇ ਵੀ ਬਿਜ਼ਨਸ ਨੂੰ ਸਟਾਰਟ ਕਰਨਾ ਇੱਕ ਤਰ੍ਹਾਂ ਨਾਲ ਟ੍ਰੇਨ ਵਰਗਾ ਹੁੰਦਾ। ਜਿਵੇਂ ਟ੍ਰੇਨ ਆ, ਟ੍ਰੇਨ ਪਹਿਲਾਂ ਹੈਵੀ ਹੁੰਦੀ ਹੈ ਨਾ, ਅਤੇ ਉਹ ਜਦੋਂ ਤੁਰਦੀ ਹੈ, ਇਟ ਟੇਕਸ ਲੋਟ ਆਫ ਟਾਈਮ, ਸਲੋਲੀ ਤੁਰਦੀ ਹੈ ਨਾ, ਫਿਰ ਹੌਲੀ ਹੌਲੀ ਉਹ ਪਿਕਅਪ ਫੜਦੀ ਹੈ ਅਤੇ ਉਹ ਸਪੀਡ ਅਪ ਹੋ ਜਾਂਦੀ ਹੈ। ਇਸੇ ਤਰ੍ਹਾਂ ਹਰ ਬਿਜ਼ਨਸ ਹੈ, ਕੋਈ ਬਿਜ਼ਨਸ ਲਾ ਲਓ ਵੀ ਉਹ ਟੇਕਸ ਟਾਈਮ, ਪਹਿਲਾਂ ਸਲੋ ਹੁੰਦਾ, ਫਿਰ ਹੌਲੀ ਹੌਲੀ ਸਪੀਡ ਫੜਦਾ। ਕਈ ਵਾਰੀ ਆਪਾਂ ਸਪੀਡ ਫੜ ਕੇ ਵੀ ਰੁਕ ਜਾਂਦੇ ਹਾਂ, ਕਿਉਂਕਿ ਟ੍ਰੇਨ ਵੀ ਰੁਕ ਜਾਂਦੀ, ਜੋ ਸਪੀਡ ਫੜ ਲੈਂਦੀ ਟ੍ਰੇਨ ਅੱਗੇ ਕਈ ਵਾਰੀ ਹਿੱਲ ਆ ਜਾਂਦੀ ਹੈ, ਫਿਰ ਸਲੋ ਹੋ ਜਾਂਦੀ। ਅਤੇ ਉਹ ਜਦੋਂ ਉਵੇਂ ਆਪਾਂ ਰੁਕ ਜਾਂਦੇ ਹਾਂ ਅਤੇ ਮੋਸਟਲੀ ਲੋਕ ਹੌਸਲਾ ਹਾਰ ਜਾਂਦੇ ਆ। ਮਤਲਬ ਉਹ ਇੱਕ ਐਸੀ ਸਿਚੁਏਸ਼ਨ ਹੁੰਦੀ ਹੈ ਜਿੱਥੇ ਸਭ ਤੋਂ ਜ਼ਿਆਦਾ ਜ਼ੋਰ ਲੱਗਦਾ, ਕਿਉਂਕਿ ਪਿੱਛੋਂ ਇੰਨੀ ਤੇਜ਼ ਆਏ ਆ, ਬੱਲੇ ਬੱਲੇ ਸ਼ਾਬਾ ਇੰਨਾ, ਉਹ ਇੱਕਦਮ ਸਲੋ ਹੋ ਗਏ, ਫਿਰ ਉੱਥੇ ਜ਼ੋਰ ਲੱਗਦਾ। ਉਸ ਪੁਆਇੰਟ 'ਤੇ ਆ ਕੇ ਬਹੁਤ ਸਾਰੇ ਲੋਕ ਭੱਜ ਜਾਂਦੇ। ਇਹ ਹਰ ਬਿਜ਼ਨਸ 'ਚ ਹੈ, ਇਹ ਇਕੱਲਾ ਫਿਲਮ ਮੇਕਿੰਗ ਨਹੀਂ। ਹੁਣ ਫਿਲਮ ਮੇਕਿੰਗ ਦੇ ਵਿੱਚ ਤਾਂ ਇਹ ਬਹੁਤ ਜ਼ਿਆਦਾ ਨਾ, ਕਿਉਂਕਿ ਤੁਸੀਂ ਇੰਨਾ ਜ਼ੋਰ ਲਾਇਆ, ਤੁਹਾਡੀ ਪਹਿਲੀ ਕੋਈ ਵੀਡੀਓ ਸਕਸੈਸ ਹੋ ਗਈ ਐਂਡ ਤੁਸੀਂ ਸੋਚਿਆ ਵੀ ਆਹ ਸਾਡੀ ਤਾਂ ਯਾਰ ਸ਼ਾਰਟ ਫਿਲਮ ਜਾਂ ਫਿਲਮ ਇਹ ਅਵਾਰਡ ਜਿੱਤੀ ਗਈ, ਇੱਦਾਂ ਹੋ ਗਿਆ, you won multiple awards, multiple things, ਪਰ ਵਾਹਿਗੁਰੂ ਤੁਸੀਂ ਮਲਟੀਪਲ ਥਿੰਗਸ, ਮਲਟੀਪਲ ਅਵਾਰਡਸ ਜਿੱਤੇ, ਸੌਰੀ ਯਾਰ, ਅਤੇ ਪਰ ਸਟਿਲ ਤੁਹਾਨੂੰ ਇਹ ਲੱਗ ਰਿਹਾ ਕਿ ਯਾਰ ਵੀ ਆਰ ਸਟਿਲ ਅਨਸਕਸੈਸਫੁਲ, ਹਾਲੇ ਸਕਸੈਸ ਬਹੁਤ ਦੂਰ ਹੈ। ਅਤੇ ਉੱਥੇ ਫਿਰ ਤੁਸੀਂ ਨੈਗੇਟਿਵਿਟੀ ਨੂੰ ਕੈਚ ਕਰ ਲੈਂਦੇ ਹੋ, ਵੀ ਨੈਗੇਟਿਵ ਥਿੰਗਸ, ਨੈਗੇਟਿਵ ਲੋਕੀ ਤੁਹਾਨੂੰ ਰੋਕਣਾ ਸ਼ੁਰੂ ਕਰ ਦਿੰਦੇ ਆ ਵੀ ਉਹ ਛੱਡ, ਉਹ ਮਾਰ ਗੋਲੀ, ਤੂੰ ਇੰਨਾ ਵਧੀਆ ਸੇਲਸਮੈਨ ਆ, ਤੂੰ ਰੀਅਲ ਸਟੇਟ ਕਰ ਲਾ, ਤੂੰ ਇੰਨਾ ਵਧੀਆ, ਤੈਨੂੰ ਗੱਲਾਂ ਵਿੱਚ ਤੂੰ ਮੌਰਗੇਜ ਕਰ ਲੈ, ਤੇਰੇ 'ਚ ਯਾਰ ਇੰਨਾ ਕੌਨਫੀਡੈਂਸ ਆ, ਤੂੰ ਤਾਂ ਯਾਰ ਕੁਛ ਹੋਰ ਕਰ ਲਾ, ਤੂੰ ਤਾਂ ਕੋਈ ਸੇਲਸ 'ਚ ਆ, ਤੂੰ WFG ਕਰ ਲਾ। ਮਤਲਬ that happened to me, like that is happening to me a lot, ਹਾਲੇ ਵੀ ਹੁੰਦਾ। ਔਰ ਈਵਨ ਮੇਰਾ ਵੀ ਕਈ ਵਾਰੀ ਹੌਸਲਾ ਟੁੱਟ ਜਾਂਦਾ ਵੀ ਛੱਡ ਯਾਰ, ਦੁਨੀਆ ਕਿਤੇ ਪਹੁੰਚ ਗਈ ਅਤੇ ਅਸੀਂ ਅੱਜ ਵੀ ਉੱਥੇ ਹੀ ਖੜ੍ਹੇ ਹਾਂ ਨਾ, ਕਿਉਂਕਿ ਚੀਜ਼ਾਂ ਜਿਹੜੀਆਂ ਚੇਂਜ ਹੋ ਰਹੀਆਂ ਨੇ, ਲੋਕੀ ਐਵਰੀ ਡੇ ਦੇ ਨਾਲ ਤਰੱਕੀ ਕਰ ਰਹੇ ਹਨ, ਮਹਿੰਗਾ ਹੋ ਰਿਹਾ ਸਾਰਾ ਕੁਛ, ਅਤੇ ਉਦੋਂ ਫਿਰ ਲੱਗਦਾ ਵੀ ਛੱਡ ਯਾਰ ਮਾਰ ਗੋਲੀ, ਹੈ ਨਾ। ਪਰ ਇੱਦਾਂ ਕਿੰਨੀ ਵਾਰੀ ਆਪਾਂ ਛੱਡ ਯਾਰ ਮਾਰ ਗੋਲੀ, ਛੱਡ ਖੜਾ, ਇਹਦਾ ਤਾਂ ਕੀ ਕਰਾਉਣਾ, ਆਹ ਕੰਮ ਛੱਡ ਉਹ ਕਰ ਲਾ, ਆਹ ਛੱਡ ਉਹ ਕਰ ਲਾ। ਫਿਰ ਮੈਂ ਇਹ ਚੀਜ਼ ਸੋਚ ਕੇ ਹਟ ਜਾਂਦਾ ਵੀ ਇੱਦਾਂ ਕਿੰਨੀ ਵਾਰੀ ਕਰੀ ਜਾਵਾਂਗੇ, ਵੀ ਕਦੇ ਆਹ ਛੱਡ ਕੇ ਉਹ ਕਰ ਲਾ, ਕਦੇ ਉਹ ਛੱਡ ਕੇ ਉਹ ਕਰ ਲਾ। ਹਰ ਬੰਦਾ ਜ਼ਿੰਦਗੀ ਦੇ ਵਿੱਚ 3-4 ਵਾਰੀ ਕੰਮ ਤਾਂ ਬਦਲਦਾ ਹੀ ਹੈ ਨਾ, ਪਰ ਇੱਕ ਕੰਮ ਇੱਦਾਂ ਦਾ ਹੁੰਦਾ ਜਿਹਦੇ 'ਚ ਉਹਦਾ ਜੀਅ ਵੀ ਲੱਗਦਾ, ਜਿਹਦੇ 'ਚ ਉਹਨੂੰ ਲੱਗਦਾ ਕਿ ਹਾਂ ਬਣੂਗਾ। ਸੋ ਇੱਦਾਂ ਦਾ ਕੰਮ ਜਦੋਂ ਤੁਹਾਨੂੰ ਲੱਭ ਜਾਵੇ, ਆਈ ਥਿੰਕ ਉਦੋਂ ਫਿਰ ਤੁਹਾਨੂੰ ਛੱਡ ਕੇ ਨਹੀਂ ਭੇਜਣਾ ਚਾਹੀਦਾ। ਸੋ ਸਮਾਲ ਫਿਲਮ ਮੇਕਰ
ਜਿਹੜਾ ਹੁੰਦਾ ਉਹ ਇਦਾਂ ਦੀਆਂ ਬਹੁਤ ਸਾਰੀਆਂ ਪ੍ਰੋਬਲਮਸ ਤੋਂ, ਦੁੱਖ ਤਕਲੀਫਾਂ ਤੋਂ ਗੁਜ਼ਰ ਰਿਹਾ ਹੁੰਦਾ। ਪਰ ਬਾਹਰ ਵਾਲੇ ਲੋਕ ਸੋਚਦੇ ਆ ਕਿ ਯਾਰ ਇਹ ਬੰਦਾ ਕੁਝ ਨਹੀਂ ਕਰ ਰਿਹਾ, ਇਹ ਐਵੇਂ ਹੀ ਹੈ। ਮੋਸਟਲੀ ਐਵੇਂ ਹੀ ਦਾ ਜਿਹੜਾ ਟੈਗ ਹੈ ਨਾ ਉਹ ਐਵੇਂ ਹੀ ਹੈ, ਮਤਲਬ ਲੱਗਿਆ ਹੀ ਹੋਇਆ ਸਭ ਦੇ ਲੱਗਿਆ ਹੈ। ਜਿਹੜਾ ਬੰਦਾ ਥੋੜਾ ਜਿਹਾ ਵੀ ਅਨਸਕਸੈਸਫੁਲ ਹੈ, ਜਿਹੜਾ ਬੰਦਾ ਥੋੜਾ ਜਿਹਾ ਵੀ ਆਮ ਸੋਚ ਨਾਲੋਂ ਅੱਡ ਹੈ, ਉਹ ਤਾਂ ਐਵੇਂ ਹੀ ਹੈ। ਕਿਉਂਕਿ ਜੇ ਤੁਸੀਂ ਆਪਦੇ ਆਲੇ ਦੁਆਲੇ ਨਿਗਾਹ ਮਾਰੋ ਤਾਂ ਦੁਕਾਨਾਂ ਵਾਲੇ ਵੀ ਬਹੁਤ ਹੋਣਗੇ, ਪੀਜ਼ਾ ਸਟੋਰ ਬਹੁਤ ਆਉਂਦੇ ਆ, ਟਰੱਕਿੰਗ ਵਾਲੇ ਤਾਂ ਅਣਗਿਣਤ ਹੈ, ਰੀਅਲਟਰਸ ਅਮੇਜ਼ਿੰਗਲੀ ਲਾਈਕ you name it and every person is a realtor at some point, ਹੈ ਨਾ। ਤੇ ਇਦਾਂ ਥੋੜਾ ਬਹੁਤਾ ਜਾਂ ਤਾਂ ਸਾਰੇ ਪਾਸੇ ਚੱਲੀ ਜਾ ਰਿਹਾ, ਸੌਰੀ ਮੇਰਾ ਮਿਊਜ਼ਿਕ ਚੱਲ ਪਿਆ, ਤੇ ਚੱਲੀ ਜਾ ਰਿਹਾ। ਸੋ ਇਦਾਂ ਦੀਆਂ ਤਕਲੀਫਾਂ ਨੂੰ ਬੇਅਰ ਕਰਕੇ ਤੁਸੀਂ ਜਦੋਂ ਅੱਗੇ ਨਿਕਲਦੇ ਹੋ, ਉਹ ਇੱਕ ਸਕਸੈਸਫੁਲ ਫਾਰਮੂਲਾ ਹੈ ਮੇਰੇ ਹਿਸਾਬ ਨਾਲ। ਪਰ ਹਲੇ ਤੱਕ ਮੈਂ ਫਿਰ ਉਹੀ ਗੱਲ ਕਰਦਾ ਵੀ ਹਜੇ ਤੱਕ ਮੈਂ ਤੁਹਾਨੂੰ ਇਹ ਨਹੀਂ ਦੱਸਿਆ ਵੀ ਸਮਾਲ ਫਿਲਮ ਮੇਕਰ ਨੂੰ ਚਾਹੀਦਾ ਕੀ ਹੈ, ਕਿਉਂਕਿ ਮੈਂ ਗੱਲ ਨੂੰ ਫਿਰ ਇੱਧਰ ਉੱਧਰ ਲੈ ਜਾਂਦਾ। ਪਰ ਸਮਾਲ ਫਿਲਮ ਮੇਕਰ ਨੂੰ ਸਭ ਤੋਂ ਪਹਿਲਾਂ ਇਹੀ ਚਾਹੀਦਾ ਹੈ, ਹੌਸਲਾ। ਸਭ ਤੋਂ ਪਹਿਲਾਂ ਲੋਕੀ ਕਹਿੰਦੇ ਕਹਾਣੀ ਚਾਹੀਦੀ ਹੈ, ਡਾਇਲੋਗ ਚਾਹੀਦੇ ਆ, ਕੈਮਰਾ ਵਧੀਆ ਚਾਹੀਦਾ, ਟ੍ਰਾਈਪੋਡ ਚਾਹੀਦਾ। ਸਭ ਤੋਂ ਪਹਿਲਾਂ ਉਹਨੂੰ ਹੌਸਲਾ ਚਾਹੀਦਾ। ਉਸ ਤੋਂ ਬਾਅਦ ਉਹਨੂੰ ਆਪਦੇ ਪ੍ਰੋਡਕਟ ਤੇ, ਆਪਦੀ ਸੋਚ ਤੇ, ਆਪਦੇ ਥਾਟ ਤੇ ਬਹੁਤ ਜ਼ਿਆਦਾ ਭਰੋਸਾ ਚਾਹੀਦਾ। ਜਿਵੇਂ ਮੈਂ ਪਹਿਲਾਂ ਤੁਹਾਨੂੰ ਇੱਕ ਕਹਾਣੀ ਸੁਣਾ ਕੇ ਹਟਿਆ ਵੀ ਇੱਦਾਂ ਦੀ ਕਹਾਣੀ, ਮੈਂ ਇਹ ਨਹੀਂ ਕਹਿੰਦਾ ਵੀ ਕਹਾਣੀ ਮਾੜੀ ਹੈ, ਮੈਂ ਇਹ ਨਹੀਂ ਕਹਿੰਦਾ ਵੀ ਕਹਾਣੀ 'ਚ ਕੁਛ ਨਹੀਂ ਹੈ। ਜੇ ਤੁਸੀਂ ਐਕਸਟ੍ਰੈਕਸ਼ਨ ਮੂਵੀ ਦੇਖੀ ਹੋਵੇ ਤਾਂ ਐਕਸਟ੍ਰੈਕਸ਼ਨ ਇੱਕ ਇੱਦਾਂ ਦੀ ਸਟੋਰੀ ਹੈ ਵੀ ਮੈਂ ਐਕਸਟ੍ਰੈਕਸ਼ਨ ਤੋਂ ਪਹਿਲਾਂ ਵੀ ਉਹ 20-25 ਵਾਰੀ ਡਿਫਰੈਂਟ ਮੂਵੀਜ਼ ਦੇ ਵਿੱਚ ਦੇਖ ਚੁੱਕਿਆ, ਬਟ ਆਈ ਸਟਿਲ ਲਾਈਕਡ ਐਕਸਟ੍ਰੈਕਸ਼ਨ, ਕਿਉਂਕਿ ਉਹਦਾ ਥਾਟ ਇੱਦਾਂ ਦਾ ਸੀ, ਮੇਕਰ ਦਾ ਥਾਟ। ਉਹਨੇ ਬਣਾਈ ਇੱਦਾਂ ਕਿ ਠੀਕ ਹੈ, ਓਕੇ ਆਹ ਸਟੋਰੀ ਪਹਿਲਾਂ ਵੀ ਹੈਗੀ ਹੈ, ਨੋ ਪ੍ਰੋਬਲਮ, ਬਟ ਆਈ ਵਿਲ ਮੇਕ ਦਿਸ ਲਾਈਕ ਦਿਸ। ਉਹਨੇ ਜਿੱਦਾਂ ਬਣਾਈ ਉਹ ਤੁਸੀਂ ਸਾਰਿਆਂ ਨੇ ਦੇਖੀ ਹੋਈ, ਮੈਨੂੰ ਬਹੁਤ ਪਸੰਦ ਆਈ। ਮੈਂ ਪਰਸਨਲੀ ਉਹਨੂੰ ਫਿਲਮ ਨੂੰ ਬਹੁਤ ਲਾਈਕ ਕੀਤਾ। ਸੋ ਇੱਦਾਂ ਹੁੰਦਾ ਕਿ ਜ਼ਰੂਰੀ ਨਹੀਂ ਹੈ ਕਿ ਹਰ ਚੀਜ਼ ਜਿਹੜੀ ਹੈ ਉਹ ਮੈਨੂੰ ਪਸੰਦ ਆਊਗੀ ਜਿਹੜੀ ਤੁਸੀਂ ਬਣਾ ਰਹੇ ਹੋ, ਜਾਂ ਹਰ ਚੀਜ਼ ਜਿਹੜੀ ਮੈਂ ਬਣਾ ਰਿਹਾ ਉਹ ਤੁਹਾਨੂੰ ਪਸੰਦ ਆਊਗੀ। ਪਰ ਸਭ ਤੋਂ ਪਹਿਲਾਂ ਤਾਂ ਮੈਨੂੰ ਪਸੰਦ ਆਉਣੀ ਚਾਹੀਦੀ ਹੈ। ਸਭ ਤੋਂ ਪਹਿਲਾਂ ਤਾਂ ਮੈਨੂੰ ਉਹਦੇ 'ਤੇ ਭਰੋਸਾ ਹੋਣਾ ਚਾਹੀਦਾ ਵੀ ਯਾਰ ਹਾਂ ਆਹ ਚੀਜ਼ ਮੈਂ ਬਣਾ ਰਿਹਾ, ਇਹ ਹਿੱਟ ਨਾ ਹੋਈ ਕੋਈ ਪ੍ਰੋਬਲਮ ਨਹੀਂ, ਪਰ ਇਹ ਲੋਕੀ ਨੂੰ ਨਾ ਲਾਈਕ ਬਹੁਤ ਕਰਨਗੇ, ਲੋਕੀ ਨੂੰ ਇਹਨੂੰ ਪਸੰਦ ਬਹੁਤ ਕਰਨਗੇ। ਇਹ ਜਿਹੜਾ ਹੈਗਾ ਇਹ ਸਭ ਤੋਂ ਪਹਿਲਾਂ ਤੇ ਬੇਸਿਕ ਫੰਡਾਮੈਂਟਲ ਹੈ ਫਿਲਮ ਮੇਕਰ ਲਈ। ਹੌਸਲਾ ਹੋਣਾ ਚਾਹੀਦਾ ਤੇ ਆਪਦੇ ਆਪ ਤੇ ਭਰੋਸਾ ਹੋਣਾ ਚਾਹੀਦਾ। ਹੌਸਲਾ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਵੀ ਹੌਸਲੇ ਪਸਤ ਹੋਣਗੇ, ਹਰ ਵਾਰੀ ਟੁੱਟਣਗੇ। ਹੁਣ ਜਿਵੇਂ ਮੈਂ ਇੱਥੇ ਕੈਸਲ ਮੋੜ 'ਚੋਂ ਲੰਘ ਰਿਹਾ ਤੇ ਕੈਸਲ ਮੋੜ ਦੇ ਜਦੋਂ ਆਪਾਂ ਘਰ ਦੇਖਦੇ ਹਾਂ, ਸਾਡੇ ਇੱਧਰ ਰਿਲੇਟਿਵ ਨੇ ਉਹਨਾਂ ਵੱਲ ਚੱਲੇ, ਤੇ ਜਦੋਂ ਕੈਸਲ ਮੋੜ ਦੇ ਘਰ ਦੇਖਦੇ ਹਾਂ ਤੇ ਆਪਾਂ ਨੂੰ ਐਂ ਲੱਗਦਾ ਵੀ ਓਏ ਯਾਰ ਆਪਾਂ ਕੀ ਕਰੀਏ, ਨਹੀਂ ਤੇ ਲੋਕਾਂ ਨੇ ਕਿੰਨਾ ਕੁਝ ਬਣਾ ਲਿਆ। ਇਹਨਾਂ 'ਚ ਵੀ ਬਹੁਤ ਲੋਕੀ ਹੋਣਗੇ ਜਿਨ੍ਹਾਂ ਨੇ ਕਈ ਵਾਰੀ ਹੌਸਲਾ ਢਾਇਆ ਹੋਣਾ, ਕਈ ਵਾਰੀ ਸਿੱਟਿਆ ਹੋਣਾ ਮਨ ਵੀ ਛੱਡ ਯਾਰ ਕੁਛ ਨਹੀਂ ਯਾਰ, ਆਹ ਕਰਦੇ ਯਾਰ, ਛੱਡ ਯਾਰ ਕੁਛ ਨਹੀਂ ਯਾਰ, ਉਹ ਕਰਦੇ ਆ। ਬਟ ਨਾਓ ਦੇ ਚੇਂਜਡ, ਉਹ ਬਦਲ ਕੇ ਸਾਰਾ ਕੁਛ, ਉਹਨਾਂ ਨੇ ਸਿਸਟਮ ਹੀ ਬਦਲ ਲਿਆ। ਉਹ ਕਹਿੰਦੇ ਵੀ ਆਹ ਹੀ ਕਰਨਾ, ਘਾਟਾ ਵਾਧਾ ਬਾਅਦ ਦੇ ਵਿੱਚ। ਸੋ ਉਸੇ ਤਰ੍ਹਾਂ ਦਾ ਥਾਟ ਲੈ ਕੇ ਫਿਲਮ ਮੇਕਰ ਨੂੰ ਇਨੀਸ਼ੀਅਲ ਸਟੇਜ ਤੇ ਚੱਲਣਾ ਪੈਂਦਾ। ਮੈਂ ਵੀ ਇੱਦਾਂ ਹੀ ਤੁਰਿਆ, ਛੋਟਾ ਜਿਹਾ ਇੱਕ ਥਾਟ ਲੈ ਕੇ ਐਂ ਕਰਨਾ, ਹੁਣ ਨਹੀਂ ਹਟਣਾ। ਹਾਲੇ ਵੀ ਮੈਨੂੰ ਲੋਕੀ ਕਹਿੰਦੇ ਆ, ਹਾਲੇ ਵੀ ਮੇਰੇ ਬਹੁਤ ਸਾਰੇ ਰਿਲੇਟਿਵ ਨੇ, ਮੇਰੇ ਬਹੁਤ ਸਾਰੇ ਦੋਸਤ ਨੇ, ਹਾਲੇ ਵੀ ਉਹ ਕਹਿੰਦੇ, ਸਮਝਾਉਂਦੇ ਆ ਵੀ ਸਮਝ ਜਾਓ, ਹਟ ਜਾਓ, ਇਹਨੂੰ ਪੈਸ਼ਨ ਨੂੰ ਸਾਈਡ ਤੇ ਰੱਖ ਲੈ, ਪਹਿਲਾਂ ਕੋਈ ਪੈਸੇ ਬਣਾਉਣ ਵਾਲਾ ਕੰਮ ਕਰ। ਮੈਂ ਵੀ ਸੋਚਣ ਲੱਗ ਜਾਂਦਾ ਯਾਰ ਵੀ ਗੱਲ ਤਾਂ ਸਹੀ ਕਹਿੰਦੇ ਆ ਨਾ ਵੀ ਇਹਨੂੰ ਸਾਈਡ ਤੇ ਕਰਕੇ ਪਹਿਲਾਂ ਪੈਸੇ ਬਣਾਉਣ ਵਾਲਾ ਕੰਮ ਕਰਦੇ। ਪਰ ਸੱਚ ਜਾਣੇ ਆਉਂਦਾ ਹੀ ਨਹੀਂ ਕੋਈ ਕੰਮ, ਕੁਛ ਵੀ ਨਹੀਂ ਆਉਂਦਾ। ਮੈਨੂੰ ਪਤਾ ਹੀ ਨਹੀਂ ਕਿ ਪੈਸੇ ਕਿਵੇਂ ਬਣਦੇ ਆ। ਮੈਨੂੰ ਇਸ ਚੀਜ਼ ਦਾ ਆਈਡੀਆ ਹੀ ਨਹੀਂ ਕਿ ਯਾਰ ਵੀ ਮੈਂ ਪੈਸੇ ਕਿਵੇਂ ਬਣਾਉਂਗਾ। ਕਿਉਂਕਿ ਹੁਣ
ਦੁਨੀਆ ਬਦਲ ਗਈ। ਲੋਕੀ IT ਹੋ ਗਏ, ਲੋਕੀ ਬੜੇ ਸਮਾਰਟ ਹੋ ਗਏ, ਇੰਟੈਲੀਜੈਂਟ ਹੋ ਗਏ। ਲੋਕਾਂ ਨੇ ਧੋਖੇ ਕਰਨੇ ਸਰਕਾਰਾਂ ਨਾਲ, ਲੋਕਾਂ ਨਾਲ ਸਿੱਖ ਲਏ ਹੈ ਨਾ। ਲੋਕੀ ਕਹਿ ਲਓ ਬੇਸ਼ਰਮ ਹੋ ਕੇ ਕੰਮ ਕਰਨ ਲੱਗ ਗਏ। ਲੋਕੀ ਕਈ ਮੈਂ ਸਾਰੇ ਨਹੀਂ ਕਹਿੰਦਾ, ਕਈ ਦੇ ਆਰ ਲਾਈਕ ਫਿਊ, not everyone। ਲੋਕੀ ਗਲਤ ਉਹ ਵੀ ਨਹੀਂ ਹੈ, ਗਲਤ ਉਹ ਵੀ ਨਹੀਂ ਉਹਨਾਂ ਦਾ, that is their way ਹੈ ਨਾ। ਸੋ ਇਹ ਇੱਕ ਪਹਿਲਾ ਪੁਆਇੰਟ ਹੈ, ਹੌਸਲਾ ਤੇ ਕੌਨਫੀਡੈਂਸ। ਸੋ ਹੌਸਲਾ ਰੱਖੋ, ਨਾਲ ਇੱਕ ਕੌਨਫੀਡੈਂਸ ਰੱਖੋ ਕਿ ਜੋ ਮੈਂ ਕਰ ਰਿਹਾ ਉਹ ਘੈਂਟ ਹੋਊਗਾ, ਉਹ ਵਧੀਆ ਹੋਊਗਾ। ਹੌਸਲਾ ਰੱਖੋ, ਲੋਕੀ ਹੌਸਲਾ ਤੋੜਨ ਵਾਲੇ ਆਉਣਗੇ ਹਰ ਮੋੜ ਤੇ। ਤੁਹਾਡੇ ਸਕੇ ਹੀ, ਮਤਲਬ ਤੁਹਾਡਾ ਹੌਸਲਾ ਨਹੀਂ ਉਹ ਤੋੜ ਰਹੇ, ਮੈਂ ਨਹੀਂ ਕਹਿੰਦਾ ਵੀ ਉਹ ਮੇਰਾ ਹੌਸਲਾ ਤੋੜ ਰਹੇ। ਉਹ ਆਪਦੇ ਪੁਆਇੰਟ ਆਫ ਵਿਊ ਤੋਂ ਸੋਚਦੇ ਆ, ਉਹ ਦੇਖਦੇ ਆ ਵੀ ਇੱਕ ਘਰ ਹੋਣਾ ਚਾਹੀਦਾ, ਚੰਗੀ ਸੋਚ ਹੋਣੀ ਚਾਹੀਦੀ ਹੈ, ਚੰਗਾ। ਆ ਦੇਖੋ ਹੁਣ ਇੱਥੇ ਤੇ ਜੇ ਤੁਸੀਂ ਘਰ ਦੇਖੋ ਤੇ ਦੇਖੋ ਵੀ ਹਾਂ ਘਰ ਹੋਣਾ ਚਾਹੀਦਾ ਯਾਰ, ਵੀ ਉਹ ਸਹੀ ਸੋਚਦੇ ਨੇ ਹੈ ਨਾ, ਵੀ ਇੱਕ ਘਰ ਹੋਣਾ ਚਾਹੀਦਾ ਚੰਗਾ ਵਧੀਆ। ਵੱਡੇ ਘਰ ਨੇ ਇੱਥੇ ਸਾਰਿਆਂ ਦੇ, ਤੇ ਇੱਕ ਘਰ ਵਧੀਆ ਹੋਣਾ ਚਾਹੀਦਾ। ਰੇਂਜ ਰੋਵਰ, ਮਜ਼ਰਾਟੀ, ਬੁਗਾਤੀ, ਇਹ ਗੱਡੀਆਂ ਅਸੀਂ ਲੈ ਕੇ ਵੇਚਦੀਆਂ ਐਵੇਂ ਕਹਦੇ। ਸੋ ਇਹ ਗੱਡੀਆਂ ਹੋਣੀਆਂ ਚਾਹੀਦੀਆਂ। ਸੋ ਉਹਨਾਂ ਦੀ ਥਾਟ ਬੈਡ ਨਹੀਂ ਹੈ, ਉਹ ਮੇਰੇ ਲਈ ਉਹਨਾਂ ਦਾ ਥਾਟ ਬਹੁਤ ਸੋਹਣਾ, ਕਿਉਂਕਿ ਉਹ ਮੈਨੂੰ ਪਿਆਰ ਕਰਦੇ ਸਾਰੇ। ਪਰ ਕਿਤੇ ਨਾ ਕਿਤੇ ਸਮਵੇਅਰ ਵਿਦਨ ਮੀ ਹੈ ਨਾ, ਇਹ ਚੀਜ਼ ਹੈਗੀ ਹੈ ਕਿ ਮੈਂ ਉਸ ਟਰੈਕ ਨੂੰ ਨਹੀਂ ਛੱਡਣਾ ਚਾਹੁੰਦਾ ਜਿਹਦੇ 'ਚ ਮੇਰਾ ਦਿਲ ਲੱਗਦਾ। ਸੋ ਇੱਦਾਂ ਦਾ ਹੌਸਲਾ ਤੋੜਨ ਵਾਲੇ, ਇੱਦਾਂ ਦਾ ਗਾਈਡ ਕਰਨ ਵਾਲੇ, ਇੱਦਾਂ ਦਾ ਸਲਾਹਕਾਰ, ਇੱਦਾਂ ਦਾ ਸਮਝਾਉਣ ਵਾਲੇ ਤੁਹਾਨੂੰ ਮੋੜ ਤੇ ਪੈਰ ਤੇ ਆਉਣਗੇ। ਹੌਸਲਾ ਨਾ ਹਾਰਿਓ, ਹੌਸਲਾ ਰੱਖਿਓ ਤੇ ਆਪਦੇ ਹਰ ਪ੍ਰੋਡਕਟ ਤੇ ਕੌਨਫੀਡੈਂਸ ਰੱਖਿਓ। ਫੋਨ ਬਹੁਤ ਵੱਜਦੇ ਯਾਰ, ਚਲੋ ਮੈਂ ਕਾਲ ਕਰ ਲਾਂ ਤੇ ਅਗਲਾ ਪੁਆਇੰਟ ਵਾਹਿਗੁਰੂ ਫਿਰ ਡਿਸਕਸ ਕਰਦੇ ਹਾਂ ਬਹੁਤ ਅੱਗੇ ਚੱਲ ਕੇ। ਸੋ ਹੁਣ ਆਪਾਂ ਆ ਗਏ ਹਾਂ ਇੱਥੇ ਜਿਵੇਂ ਬੰਦਾ ਮਿਊਜ਼ਿਕ ਲਾ ਜਾ ਰਿਹਾ ਥੋੜੀ ਛੋਟੀ। ਹੁਣ ਆਪਾਂ ਆ ਗਏ ਇੱਥੇ ਇਸ ਵੇਲੇ, ਇਹ ਹੈ ਲੇਕ ਸ਼ੋਰ ਟੋਰਾਂਟੋ ਏਰੀਆ। ਸ਼ਾਇਦ ਇਹਦੇ ਤੁਹਾਨੂੰ ਟਾਵਰ ਨਜ਼ਰ ਆਵੇ, ਨਹੀਂ ਇੱਥੇ ਟਾਵਰ ਨਜ਼ਰ ਮੈਨੂੰ ਨਹੀਂ ਆ ਰਿਹਾ, ਕੈਮਰੇ ਨੂੰ ਕੀ ਹੋਊਗਾ। ਐਨੀਵੇ ਸੋ ਇੱਕ ਪੁਆਇੰਟ ਸੀਗਾ ਪਹਿਲਾਂ ਆਪਾਂ ਗੱਲ ਕੀਤੀ ਹੈ ਹੌਸਲੇ ਦੀ। ਹੌਸਲਾ ਤੇ ਆਪਣੇ ਕੰਮ ਤੇ ਭਰੋਸਾ। ਡਾਰਕ ਬਹੁਤ ਹੈ, ਲੈਟ ਮੀ ਕਲੋਜ਼ ਇਟ ਲਿਟਲ ਬਿਟ। ਆਪਾਂ ਨੂੰ ਨਾ ਪਾਰਕਿੰਗ ਨਹੀਂ ਮਿਲੀ, ਆਪਾਂ ਤਾਂ ਵਿਚਾਲੇ ਲਾ ਕੇ ਖੜੇ ਗੱਡੀ ਤੇ, ਲੋਕੀ ਆਪਾਂ ਨੂੰ ਦੇਖ ਕੇ ਲੰਘ ਰਹੇ ਆ। ਇੱਥੇ ਬਹੁਤ ਲੋਕਾਂ ਨੂੰ ਝੱਕ ਵਾਲੀ ਆਦਤ ਆ, ਜਿਹੜੇ ਬੰਦੇ ਗਲਤ ਕੰਮ ਕਰਦੇ। ਸੋ ਆਪਾਂ ਇੱਕ ਥੋੜਾ ਜਿਹਾ ਗਲਤ ਕੰਮ ਕੀਤਾ ਹੈ। ਬਹਿ ਜਾ ਕਿੱਦਾਂ ਲੱਗਦਾ, ਵਧੀਆ ਲੱਗੂਗਾ। on another day, save your tears for another day। ਸੋ ਆਪਾਂ ਗੱਲ ਕਰਦੇ ਸੀਗੇ ਵੀ ਪਹਿਲਾਂ ਸਾਨੂੰ ਭਰੋਸਾ ਹੋਣਾ ਚਾਹੀਦਾ, ਪਹਿਲਾਂ ਹੌਸਲਾ ਹੋਣਾ ਚਾਹੀਦਾ। ਸੈਕਿੰਡ ਜਿਹੜਾ ਵੱਡਾ ਥਾਟ ਆ ਉਹ ਇਹ ਹੈ ਕਿ ਤੁਹਾਡੇ ਕੋਲੇ ਕੋਈ ਆਈਡੀਆ ਹੋ। ਹੌਸਲਾ ਹੋ ਗਿਆ, ਆਈਡੀਆ
उस पर भरोसा हो जाए, पर आइडिया भी तो होना चाहिए। सो आइडिया होना बहुत जरूरी है। एक तो थोड़ी डिस्टर्बेंस है यार ये, चलो क्योंकि ना अपने इंडियन लोग भी तरफ फिरते हैं। सो भरोसा एंड हौसला, ये दो गल्लां तो बाद मैं थोड़ा कोई आइडिया होना चाहिए। आइडिया किवें दा हुंदा, आइडिया किसी तरह का हो सकता, कोई स्टोरी हो सकती है, कोई डॉक्यूमेंट्री हो सकती है, कोई शॉर्ट फिल्म हो सकती है, कोई चुटकला हो सकता, कोई गल हो सकती है, और उस गल के उत्ते भी पूरी एक फिल्म घड़ी जा सकती है। मैंने पार्किंग मिलती रह गई, नहीं वो ला दी, बंदे ला दी, वो तो लाई है, मैं तो कड्ढती, वो तो लाई है, डरावे देंदे लोग इत्थे। एनीवे सो हुण की होया कि पिछे बीते दिन यार पार्किंग नहीं मिलती। पार्किंग इत्थे ना अज ही खुले असी, फ्राइडे कल खुले, अज सैटरडे होया, तो अज इत्थे पंजाबी कहने गाह पिया पिया। ते आइडिया नूं तुसीं किसी भी तरह के आइडिया नूं, किसी गल नूं, सपोज करो आइडिया कि तुहानूं पार्किंग नहीं मिलती, ये भी एक फिल्म है, कपड़े वाली फिल्म है, एक बंदे नूं पार्किंग नहीं मिल रही, वो पहला पार्किंग गया उत्थे बिजी सी, दूजी पार्किंग गया उत्थे बिजी सी, तीजी पार्किंग गया उत्थे वो फ्रस्ट्रेट हो गया, उसदी लड़ाई हो गई, उत्थे लड़ाई वध गई, एंड एक गल है कि उन्होंने पार्किंग नहीं मिल रही है, उहदे ते फिल्म बन सकती है। ठीक है, सो तुहानूं आइडिया होना चाहिए, तुहाडे कोल हौसला होना चाहिए, भरोसा होना चाहिए। फिर लोग कहते जी लै ये तो सारिया चीज़ां तो साडे च है, साडे कोल पैसे हैं। फिल्म मेकिंग लई जे मैनूं कोई बंदा कहता ना भी पैसे चाहिए, मैं उहदी गल ते भरोसा नहीं करता। मैं सोचदा कि फिल्म मेकिंग लई पैसे नहीं चाहिए। फिल्म मेकिंग तुसीं बिना पैसे तो भी कर सकते। तुसीं कोई थॉट जनरेट करो, तुसीं सोचो कि यार एक फिल्म बनानी, एक रूम दे विच बह के आ जी चीज़ मैं फिल्मिंग कर रहा भी फिल्मिंग कहते हैं ना, ये वन ऑफ अ काइंड है फिल्म है, ये भी वन ऑफ काइंड ऑफ फिल्म है। ये हैगी है टॉक शो टाइप हो, पर ये शो है, एक फिल्म है ना। तो जे मैं इस गलबात में इन्ने सोहने तरीके नाल मैं होर सीन सून ऐड करें, जो मैंने एडिटिंग नहीं आती वैसे, पर जे मैं नाल हुण मैं इत्थे उतरूँगा, जो मैंने पार्किंग मिल गई बाई चांस, वैसे अजे तक जे मेरी पहली गड्डी है दूजी गड्डी निकली, शायद मैंने पार्किंग मिल गई। सो जे मैनू बाई चांस पार्किंग मिल जाती है तो मैं इत्थे उतरूँगा, उतर के मैं इत्थे शूट करूँगा लोकां नूं दूरों वाइड तो, मैं उन्हें चेहरे नहीं दिखा सकता, तो पेड़ नूं उधरों अपना एक बंदा बोटिंग कर रहा उन्होंने, तो अंटैरियो लेक नूं, फिर पिछे टावर नूं, फिर साइकलिस्ट्स नूं साइकिल चलाउंदिआं नूं। सो फिर मैं इन्हां नूं शूट करूँगा, जो मैं इन्हां शूट करूँगा तो अपनी गल्लां बातां दे विच ये चीज़ां पाऊँगा। सो इहदे च कोई बजट नहीं लग्या मेरा, मैं इत्थे आया, मेरे को गड्डी वैसे ही हैगी है, तेल मैं काम ते जाण लई भराउंदा ही, तुसीं भी सारे भराउंदे होवोगे काम कुम ते जाण लई। गड्डी नूं दाग लग्या, काला दाग लग्या यार, मैं भी हुणे इत्थे देखिया, तो वो किसी ने लाता होना हत्थ उत्ते, मिस्त्री ने है कि ला दे। सो फिर ये तेल भरिया होया सीगा, सर्विस दी काम ते जाण लई कराउणी पैंदी है, सो सर्विस कराई हुई है। सो ये कोई बजट नहीं लग्या। एक्सक्यूज मी, यू लिविंग है? ओके सो कैन आई पार्क हियर? थैंक यू, पार्किंग लभ गई। सो हुण आपां बाहर आ गए, इत्थे नाले माहौल देखो, नाले गल्लां करदे आ। सो गल ये है कि जदों तुहाडे कोल सारा कुछ हुंदा, तुहाडे कोल फिर आउंदी बजट की गल ना, तुसीं हमेशा कहंदे भी यार पैसे है नहीं, पैसे तो बिना किवें फिल्म बनाईए। मैं जदों अपनी पहली फिल्म बनाई सी तो मैं ਉਹਦੇ 'ਚ ਇਨਵੈਸਟ ਕੀਤੇ ਸੀਗੇ ਕੈਨੇਡੀਅਨ ਡਾਲਰ 2000 ਤੇ ਕੈਨੇਡੀਅਨ ਡਾਲਰ 2000 ਕੋਈ ਜ਼ਿਆਦਾ ਅਮਾਊਂਟ ਨਹੀਂ ਦੀ। ਪੁਲਿਸ ਜਾਂਦੀ ਸੀ, ਪੁਲਿਸ ਨੂੰ ਹੈਲੋ ਕਰੀਦਾ, ਇੱਥੇ ਸਤਿ ਸ੍ਰੀ ਅਕਾਲ ਬੁਲਾਈ ਦੀ ਹੈ, ਚੰਗੇ ਲੋਕ ਨੇ ਪੁਲਿਸ ਵਾਲੇ। ਸੋ $2000 ਫॉर ਅ ਕੈਨੇਡੀਅਨ ਫਿਲਮ ਇਜ਼ ਨਾਟ ਟੂ ਮਚ। ਤੇ ਜਾਂ ਆਈ ਨੋ ਉਹਦੀ ਰਿਕਵਰੀ ਨਹੀਂ ਆਈ, ਝੂਠ ਨਹੀਂ ਬੋਲੂਗਾ, ਉਹਦੇ 'ਚ $1 ਵੀ ਵਾਪਸ ਨਹੀਂ ਆਇਆ ਪਹਿਲੀ ਵਾਰੀ, बट वो एक्सपीरियंस आया, सीखा बहुत कुछ,
ਸਿੱਖਣ ਨਾਲ ਅੱਗੇ ਵਧਿਆ ਕੰਮ ਤੇ ਪੰਜਾਬੀ ਪੁਲਿਸ ਹੀ ਜਾਂਦਾ ਤੇ ਸਿੰਘ ਪੁਲਿਸ ਸੀ ਅਸੀਂ ਆਪਣਾ ਨਾਲ ਪੁਲਿਸ ਅਫਸਰ ਲੇਡੀ ਸੀ। ਸੋ ਐਨੀਵੇ ਤੇ $2000 ਲਾ ਕੇ ਉਹਦੇ 'ਚ ਰਿਕਵਰੀ 0 ਤੇ ਇਹ ਚੀਜ਼ ਥੋੜ੍ਹੀ ਚੁਭੀ ਮੈਨੂੰ ਬਟ ਐਕਸਪੀਰੀਅੰਸ ਆਇਆ। ਫਿਰ ਅਗਲੀ ਫਿਲਮ ਬਣਾਈ ਅਸੀਂ ਉਹ ਤਕਰੀਬਨ ਅਸੀਂ 2 ਪਾਰਟਨਰ ਸੀ ਉਹਦੇ 'ਚ ਤੇ ਅਸੀਂ ਸਪੈਂਡ ਕੀਤਾ ਆਲਮੋਸਟ Canadian dollar ਦੇ ਵਿੱਚ $25,000 Canadian ਉਹਦੇ 'ਤੇ ਸਾਡਾ ਖਰਚਾ। ਉਹਦੀ ਸ਼ੂਟ ਇੰਡੀਆ ਵੀ ਹੋਈ, ਇੱਥੇ ਵੀ ਹੋਈ ਤੇ ਸਾਡੇ ਪੈਸੇ ਪੂਰੇ ਵੀ ਹੋਏ, ਪੈਸਿਆਂ ਦੀ ਰਿਕਵਰੀ ਵੀ ਹੋਈ ਐਂਡ ਪ੍ਰੋਫਿਟ ਵੀ ਨਿਕਲ ਗਿਆ। ਸਾਡੀ ਫਿਲਮ ਪਿਟਾਰਾ ਟੀਵੀ ਨੇ ਬਾਈ ਕੀਤੀ। ਹੈਲੋ, ਜਿਹੜੀ ਕਿ ਬੜੀ ਵੱਡੀ ਗੱਲ ਹੈ ਕਿ ਤੁਹਾਡੀ ਕੋਈ ਫਿਲਮ ਪਿਟਾਰਾ ਟੀਵੀ ਵਰਗਾ ਚੈਨਲ ਬਾਈ ਕਰੇ ਤੇ ਪਿਟਾਰਾ ਟੀਵੀ ਨੇ ਬਾਈ ਕੀਤੀ। ਯਾਰ ਡਿਸਟਰੈਕਸ਼ਨ ਹੋ ਜਾਂਦੀ ਕਿਉਂਕਿ ਆਲੇ ਦੁਆਲੇ ਲੋਕ ਬਹੁਤ ਨੇ ਤਾਂ ਮੈਂ ਰੁੱਕ ਕੇ ਵੀਡੀਓ ਬਣਾਉਣਾ ਤੁਰੇ ਫਿਰਦੇ ਮੈਂ ਤਾਂ ਬਣਾ ਰਿਹਾ ਚੱਲ ਥੋੜ੍ਹਾ ਤੁਹਾਨੂੰ ਦਿਖਾਈਏ ਆਲਾ ਦੁਆਲਾ। ਤੇ ਪਿਟਾਰਾ ਟੀਵੀ ਨੇ ਬਾਈ ਕੀਤੀ। ਹੁਣ ਉਸ ਤੋਂ ਬਾਅਦ ਫਿਰ ਹੌਸਲੇ ਖੁੱਲ੍ਹੇ, ਫਿਰ ਲਗਾਤਾਰ ਹੁਣ ਫਿਲਮਾਂ ਹੀ ਬਣਾ ਰਹੇ। ਟਰੈਕਿੰਗ ਕੰਪਨੀ 'ਚ ਇਹਨੂੰ ਬੰਦ ਕੀਤਾ। ਹੋਰ ਇਨਵੈਸਟਮੈਂਟ ਬਿਜ਼ਨਸ ਸੀਗੇ ਉਹ ਵੀ ਸਾਰੇ ਬੰਦ ਕੀਤੇ ਤੇ ਮੂਵੀ ਮੇਕਿੰਗ ਦੇ ਵਿੱਚ ਆਏ। ਹੁਣ ਅੱਗੇ ਬੈਕ ਟੂ ਬੈਕ ਫਿਲਮਾਂ ਦੀ ਗੱਲ, ਫਿਲਮਾਂ ਤੇ ਫਿਲਮਾਂ ਉਹੀ ਬਣਦੀਆਂ ਆ ਰਹੀਆਂ ਨੇ। ਵੈਬ ਸੀਰੀਜ਼ ਬਣਾਈ ਹੈ, ਹੋਰ ਬਹੁਤ ਕੁਛ। ਤੇ ਆਪਾਂ ਗੱਲ ਕਰਾਂ ਇਨਵੈਸਟਮੈਂਟ ਦੀ, ਇਨਵੈਸਟਮੈਂਟ ਹੋਣੀ ਜ਼ਰੂਰੀ ਨਹੀਂ ਹੈ ਪਰ ਜੇ ਹੋਵੇ ਤਾਂ ਬਹੁਤ ਵਧੀਆ। ਹੁਣ 4K ਕੈਮਰੇ ਆ ਗਏ ਤੁਹਾਡੇ ਫੋਨਾਂ ਦੇ ਵਿੱਚ ਹੀ, ਤੁਸੀਂ ਬਹੁਤ ਸੋਹਣੀ ਕੁਆਲਿਟੀ ਫੋਨ ਤੋਂ ਹੀ ਬਣਾ ਸਕਦੇ ਹੋ। ਆਈਡੀਆ ਲਓ, ਕੁਛ 4 ਚੰਗੇ ਐਕਟਰ ਲਓ, ਇੱਕ ਚੰਗੀ ਸਕ੍ਰਿਪਟ ਲਿਖੋ, ਆਪ ਹੀ ਲਿਖੋ, ਰੋਜ਼ਮਰਰਾ ਦੀ ਚੀਜ਼ ਲਿਖੋ ਜੋ ਤੁਸੀਂ ਡੇਲੀ ਕਰਦੇ ਹੋ ਤੇ ਦੈਨ ਯੂ ਕੇਮ ਆਊਟ ਆਫ ਦ ਬਾਕਸ। ਫਿਰ ਤੁਸੀਂ ਨੋਰਮਲ ਤੋਂ ਬਾਹਰ ਆ ਜਾਂਦੇ ਹੋ। ਕਈ ਵਾਰੀ ਕੀ ਹੁੰਦਾ ਕਿ ਤੁਸੀਂ ਆਊਟ ਆਫ ਦ ਬਾਕਸ ਆਉਣ ਤੋਂ ਪਹਿਲਾਂ ਹੀ ਬਹੁਤ ਕੁਛ ਆਪਦੇ ਦਿਲ 'ਚ ਕਰ ਲੈਂਦੇ ਹੋ। ਯਾਰ ਮੇਰੇ ਤੋਂ ਤਾਂ ਸੀਨ ਨਹੀਂ ਬਣਨੇ, ਆਹ ਸੀਨ ਕਿਵੇਂ ਲਾਊਂਗਾ, ਇਹਨਾਂ ਦਾ ਕੀ ਹੋਊਗਾ, ਇਹਨਾਂ 'ਚ ਕਿਵੇਂ ਕੁਆਲਿਟੀ ਆਊਗੀ, ਅਤੇ ਉਹ ਚੀਜ਼ਾਂ ਤੁਹਾਨੂੰ ਰੋਕ ਕੇ ਰੱਖਦੀਆਂ ਨੇ। ਮੇਰੀ ਟੀਮ ਇੱਥੇ ਸ਼ੂਟ ਕਰ ਰਹੀ ਹੈ, ਮੈਂ ਆਪਣੀ ਟੀਮ ਨੂੰ ਵੀ ਲੱਭ ਰਿਹਾ ਨਾਲ, ਉਹ ਵੀ ਤੁਹਾਨੂੰ ਦਿਖਾਵਾਂਗੇ ਉਹ ਕੀ ਕਰੀ ਜਾਂਦੇ ਅੱਜ ਅਸੀਂ ਨਾ ਸਾਡੀ ਇੱਕ ਵੈਬ ਸੀਰੀਜ਼ ਹੈ ਜਿਹਦਾ ਮੈਂ ਟਾਈਟਲ ਨਹੀਂ ਦੱਸਣਾ ਅਤੇ ਉਹਦੀ ਨੰਬਰਿੰਗ ਸ਼ੂਟ ਕਰ ਰਿਹਾ। ਉਹਦਾ ਜਿਹੜਾ ਫਸਟ ਟਾਈਟਲ ਪਾਰਟ ਹੈ ਨਾ ਉਹਨੇ ਸ਼ੂਟ ਕਰ ਰਿਹਾ ਸਪੈਸ਼ਲ। ਕਿੱਧਰ ਗਏ ਬੰਦੇ ਆਪਣੇ, ਮਿੱਟੀ ਪੈ ਜਾਣੀ ਬੂਟਾਂ 'ਚ, ਰੇਤਾ ਜਿਹਾ ਇੱਥੇ ਅਤੇ ਮਿੱਟੀ ਪਾ ਦਿੰਦਾ ਸਾਰਾ ਬੂਟਾਂ 'ਚ, ਪੈਰ ਭਰ ਜਾਣੇ ਮਿੱਟੀ ਨਾਲ। ਹਾਂ ਹੁਣ ਤੁਹਾਨੂੰ ਟਾਵਰ ਦਿਖਾ ਦਿੰਦੇ ਹਾਂ। ਟਾਵਰ ਦੇਖੋ ਲੋਕੀ ਕਿਵੇਂ ਟਾਵਰ ਦੇਖ ਰਹੇ ਤਾਂ ਲੋਕੀ ਕਿਵੇਂ ਇੱਥੇ ਫਨ ਕਰਦੇ ਵੀਕਐਂਡਸ 'ਤੇ। ਆਹ ਇੱਕ ਕਿਸ਼ਤੀਆਂ ਰੁੜੀ ਜਾਂਦੇ ਆ ਅਤੇ ਆਹ ਦੇਖੋ ਟੋਰਾਂਟੋ ਟਾਵਰ। ਥੋੜ੍ਹਾ ਵਾਈਡ ਵਿਊ ਕਰਾਂ, ਹੋਰ ਥੋੜ੍ਹਾ ਇਹ ਕਲੋਜ਼ ਨਹੀਂ, ਵਾਈਡ ਕਰਵਾ। ਅੱਛਾ ਇਹ ਵਾਈਡ ਹੀ ਸੀਗਾ, ਪਤਾ ਨਹੀਂ। ਹਾਂ ਹੁਣ ਕਲੋਜ਼ ਹੈ, ਥੋੜ੍ਹਾ ਕਲੋਜ਼ ਵਿਊ ਜੇ ਵਾਈਡ ਕਰੀਏ, ਵਾਈਡ ਵੀ ਇਨਫ ਵਾਈਡ ਹੈ। ਇਹ ਸਾਰੀ ਸਾਡੀ ਲੇਕ ਅੰਟੈਰੀਓ ਹੈ ਅਤੇ ਆ ਸਾਰੇ ਲੋਕ ਇੱਥੇ ਫੰਕਸ਼ਨ ਕਰ ਰਹੇ ਆ। ਆਹ ਵਧੀਆ ਸੀ ਯਾਰ ਸਾਰੇ ਤੋਂ। ਆਏ ਆ ਬੜੀ ਵਧੀਆ ਲੱਗਦੀ ਮੈਨੂੰ ਲਾਈਟ ਜੀ। ਚਲੋ ਸੋ ਬਜਟ ਨਾਲੋਂ ਤੁਹਾਡੇ ਕੋਲ ਆਈਡੀਆ ਪਹਿਲਾਂ ਜੀ, ਫਿਰ ਉਹਦੀ ਵਧੀਆ ਇੱਕ ਸਕ੍ਰਿਪਟ ਲਿਖੋ, ਫਿਰ ਅੱਗੇ ਦੀ ਅੱਗੇ ਇਹ ਹੱਥ ਕੈਮਰੇ ਤੇ ਕੋਈ ਮੇਰੇ ਹੱਥ ਸਾਫ ਸੈਨੀਟਾਈਜ਼ ਕੀਤੇ। ਸੋ ਇਸ ਤੋਂ ਇਲਾਵਾ ਮਿਊਜ਼ਿਕ ਲਈ ਬਹੁਤ ਸਾਰੀਆਂ ਵੈਬਸਾਈਟਸ ਨੇ, ਉਹਨਾਂ ਤੋਂ ਤੁਹਾਨੂੰ ਮਿਊਜ਼ਿਕ ਮਿਲ ਜਾਂਦਾ ਕਿਉਂਕਿ ਮਿਊਜ਼ਿਕ ਇੱਕ ਬਹੁਤ ਐਸੈਂਸ਼ੀਅਲ ਪਾਰਟ ਹੈ ਫਿਲਮ ਦਾ। ਸਮਟਾਈਮ
ਆਪਣੀ ਫਿਲਮ ਵਧੀਆ ਹੁੰਦੀ ਹੈ, ਸਟੋਰੀ ਵਧੀਆ ਹੁੰਦੀ ਹੈ, ਬਟ ਉਹਦਾ ਮਿਊਜ਼ਿਕ ਬੁਰਾ ਹੋਣ ਕਰਕੇ ਉਹ ਚੀਜ਼ ਨਹੀਂ ਕਰਦੇ। ਸੋ ਮਿਊਜ਼ਿਕ ਤੁਸੀਂ ਆਨਲਾਈਨ ਫ੍ਰੀ ਦਾ ਵੀ ਮਿਲ ਜਾਂਦਾ, YouTube ਤੇ ਫ੍ਰੀ ਮਿਊਜ਼ਿਕ ਪਿਆ। ਆਓ ਦਿਸ ਇਜ਼ ਨਾਟ ਅ ਵਾਕਿੰਗ ਪਾਥ ਐਨੀਵੇ। ਸੋ YouTube ਤੇ ਫ੍ਰੀ ਦਾ ਮਿਊਜ਼ਿਕ ਪਿਆ, ਤੁਸੀਂ ਉੱਥੋਂ ਵੀ ਚੱਕ ਸਕਦੇ ਹੋ ਮਿਊਜ਼ਿਕ। ਉੱਦਾਂ ਵੀ ਵੈਬਸਾਈਟਸ ਨੇ ਉਹਨਾਂ ਤੇ ਹੈਗਾ, ਉਹਨਾਂ ਤੋਂ ਲੈ ਸਕਦੇ ਹੋ। ਮਿਊਜ਼ਿਕ ਇੱਕ ਐਸੈਂਸ਼ੀਅਲ ਪਾਰਟ ਪਲੇ ਕਰਦਾ ਤੁਹਾਡੀ ਫਿਲਮ ਦਾ। ਸੋ ਤੁਹਾਡੇ ਕੋਲ ਕਨਸੈਪਟ ਹੋ ਗਿਆ। ਇਕਵਿਪਮੈਂਟ ਵਜੋਂ ਤੁਸੀਂ ਅੱਜ ਕੱਲ੍ਹ ਮੋਬਾਈਲ ਯੂਜ਼ ਕਰ ਸਕਦੇ ਹੋ, 4K ਸ਼ੂਟ ਕਰਦੇ ਨੇ ਮੋਬਾਈਲ। ਅਤੇ ਮੋਬਾਈਲ ਦੀ ਇੱਕ ਹੋਰ ਖਾਸੀਅਤ ਹੈ, ਤੁਸੀਂ ਪਬਲਿਕਲੀ ਵੀ ਸ਼ੂਟ ਕਰ ਸਕਦੇ ਹੋ। ਜੇ ਤੁਸੀਂ ਬਹੁਤ ਵੱਡਾ ਤਾਮਝਾਮ ਪਬਲਿਕ 'ਚ ਲੈ ਕੇ ਜਾਓਗੇ ਤਾਂ ਤੁਹਾਨੂੰ ਉਹਦੇ ਲਈ ਪਰਮਿਸ਼ਨਸ ਦੀ ਵੀ ਪ੍ਰੋਬਲਮ ਆ ਸਕਦੀ ਹੈ, ਲੋਕਾਂ ਦੀ ਵੀ ਪ੍ਰੋਬਲਮ ਆ ਸਕਦੀ ਹੈ। ਲੋਕ ਤੁਹਾਨੂੰ ਭਜਾ ਸਕਦੇ ਆ, ਮੋਬਾਈਲ 'ਤੇ ਤੁਹਾਨੂੰ ਕੋਈ ਨਹੀਂ ਭਜਾ ਰਿਹਾ। ਆਪਾਂ ਦੇਖੋ ਪਬਲਿਕਲੀ ਪਲੇਸ 'ਤੇ ਪਬਲਿਕਲੀ ਤੁਰੇ ਫਿਰਦੇ ਹਾਂ, ਪਬਲਿਕ ਪਲੇਸ 'ਤੇ ਅਤੇ ਕੋਈ ਇਸ਼ੂ ਨਹੀਂ। ਫੋਨ ਆ ਰਿਹਾ ਇੱਕ, ਬਹੁਤ ਖੂਬਸੂਰਤ ਨਜ਼ਾਰਾ ਜਿੱਥੇ ਮੈਂ ਖੜਾ ਇਸ ਵੇਲੇ। ਇਹ ਤੁਹਾਨੂੰ ਇੱਕ ਬ੍ਰਿਜ ਦਿਖਾਉਂਦੇ ਆ। ਦੇਖੋ ਇਕੱਲਾ ਆਪਾਂ ਗੱਲਾਂ ਬਾਤਾਂ ਨਹੀਂ ਕਰਨੀਆਂ, ਨਾਲ ਮਾੜਾ ਮੋਟਾ ਸੀਨਿਕ ਬਿਊਟੀ ਵੀ ਚੱਲੂਗੀ। ਇਸ ਤੋਂ ਪਹਿਲਾਂ ਕਿ ਮੈਮਰੀ ਫੁੱਲ ਹੋਵੇ ਆਪਾਂ ਬਹੁਤ ਕੁਝ ਸ਼ੂਟ ਕਰ ਲੈਣਾ। ਕੋਈ ਵੈਡਿੰਗ ਜੀ ਸ਼ੂਟ ਕਰੀ ਜਾਂਦਾ ਆਪਦੀ। ਬਿਲਡਿੰਗਾਂ ਦੇਖੋ ਕਿਆ ਸ਼ਾਨਦਾਰ ਵਿਊ ਹੈ, ਵਾਈਡ ਕਰ ਦਈਏ ਥੋੜ੍ਹਾ ਜਿਹਾ। ਆਹ ਕਲਾਊਡ ਦੇਖੋ ਕਿੰਨੇ ਸੋਹਣੇ ਹੈ, ਸਾਰਾ ਕੁਛ ਹੀ ਬਹੁਤ ਖੂਬਸੂਰਤ। ਐਨੀਵੇ ਦੂਰ ਕਰ ਲਈਏ। ਆ ਪਿੱਪਲਾਂ ਦਾ ਦਰਖਤ ਇੱਥੇ ਵੀ ਸਾਡੇ ਕੈਨੇਡਾ 'ਚ ਵੀ ਪਿੱਪਲ ਹੁੰਦੇ ਨੇ। ਸੋ ਆਪਾਂ ਗੱਲ ਕਰਦੇ ਸੀ ਬਜਟ ਦੀ। ਬਜਟ ਨੂੰ ਬਚਾਉਣ ਦੇ ਹੋਰ ਵੀ ਕਈ ਤਰੀਕੇ ਨੇ। ਤੁਸੀਂ ਕਰੂ ਲਓ ਦੋਸਤਾਂ ਦਾ, ਸਾਰੇ ਦੋਸਤਾਂ ਨੂੰ ਇਕੱਠੇ ਕਰੋ ਜਿਨ੍ਹਾਂ ਦੇ ਵਿੱਚ ਪਹਿਲੀ ਗੱਲ ਇਹ ਧਿਆਨ ਰੱਖੋ ਇਹਨਾਂ 'ਚ ਪੈਸ਼ਨ ਹੋਵੇ। ਕਈ ਟਾਈਮ ਵੇਸਟਰ ਵੀ ਹੁੰਦੇ ਵੀ ਆਉਂਦੇ ਤਾਂ ਹੈਗੇ ਚਾਅ ਨਾਲ, ਪਰ 5-7 ਮਿੰਟ ਬਾਅਦ ਹੀ ਜਾਂ ਇੱਕ ਅੱਧੇ ਦਿਨ ਬਾਅਦ ਹੀ ਦੁਬਾਰਾ ਨਹੀਂ ਆਉਂਦੇ। ਛੋਟੇ ਤੋਂ ਸ਼ੁਰੂ ਕਰੋ, ਸਮਾਲ ਪ੍ਰੋਜੈਕਟਸ ਬਣਾਓ, ਫਿਰ ਹੌਲੀ ਹੌਲੀ ਵੱਡੇ ਕਰਦੇ ਜਾਓ। ਆਪਾਂ ਉਸੇ ਬ੍ਰਿਜ 'ਤੇ ਜਾਵਾਂਗੇ ਅਤੇ ਜਿਹੜੇ ਤੁਹਾਡੇ ਬ੍ਰਿਜ ਪ੍ਰੋਜੈਕਟਸ ਨੇ, ਬ੍ਰਿਜ ਗਈ ਨਾ, ਇਹਨਾਂ ਦੀ ਜਿਹੜੀ ਹੈ ਲੈਂਥ ਜਿਹੜੀ ਹੈ ਉਹ ਸ਼ਾਰਟ ਰੱਖੋ। ਆਹ ਵੀ ਦੇਖੋ ਬੜਾ ਸੋਹਣਾ ਲੈਂਥ ਜਿਹੜੀ ਸ਼ਾਰਟ ਰੱਖੋ ਸ਼ੁਰੂ ਦੇ ਵਿੱਚ। ਅਤੇ YouTube ਚੈਨਲ ਇੱਕ ਵਧੀਆ ਸੋਰਸ ਹੈ ਜਿੱਥੇ ਤੁਸੀਂ ਬਣਾ ਕੇ ਸਲੋਲੀ ਫੈਨ ਬੇਸ, ਇੱਕ ਪ੍ਰੈਕਟਿਸ ਬੇਸ ਬਿਲਡ ਕਰ ਸਕਦੇ ਹੋ। ਅਸੀਂ ਉਹ ਨਹੀਂ ਕੀਤਾ, ਉਸ ਕਰਕੇ ਅਸੀਂ ਵੱਡੀ ਫਿਲਮ ਬਣਾਈ ਅਤੇ $25,000 ਖਰਚਾ। ਉਸ ਤੋਂ ਬਾਅਦ ਬਹੁਤ ਗਲਤੀਆਂ ਹੋਈਆਂ। ਇਹ ਜਿੱਦਾਂ ਅਤੇ ਉਸ ਤੋਂ ਬਾਅਦ ਬਹੁਤ ਗਲਤੀਆਂ ਹੋਈਆਂ। ਇੱਕ ਦੂਜੇ ਨੂੰ ਬੁਲਾਉਣ ਦੀ ਆਦਤ ਹੈ, ਸਤਿ ਸ਼੍ਰੀ ਅਕਾਲ, ਹੈਲੋ ਹਾਈ, ਜਿਹੜੀ ਕਿ ਬਹੁਤ ਵਧੀਆ ਲੱਗਦੀ ਹੈ। ਲਓ ਆਪਾਂ ਨੂੰ ਆਪਣੀ ਟੀਮ ਲੱਭ ਗਈ ਹੈ ਜਿਹੜੀ ਸ਼ੂਟ ਕਰ ਰਹੀ ਹੈ। ਇਹ ਕੈਮਰਾ ਕਿਹੜੇ ਪਾਸੇ ਗਿਆ? ਆਪਣੇ ਹੱਥੇ ਲੱਗ, ਚਲੋ ਕੋਈ ਨਹੀਂ। ਆਓ ਦੇਖੋ ਆਪਣੀ ਟੀਮ ਲੱਗੀ ਹੈ ਸ਼ੂਟ ਕਰਨ। ਇਹਨਾਂ ਨੇ ਵੀ ਹੁਣ ਇਹ ਬ੍ਰਿਜ ਦਾ ਇਹ ਵਾਲਾ ਸਾਈਡ ਐਂਗਲ ਸ਼ੂਟ ਕਰਨਾ। ਕਿਆ ਖੂਬਸੂਰਤ ਨਜ਼ਾਰਾ ਯਾਰ, ਮਜ਼ੇਦਾਰ ਸ਼ਾਟ ਆਉਣਾ ਇਹਦੇ ਨਾਲ। ਇਹ ਇਹਨਾਂ ਕੋਲ ਇਹ ਕੈਮਰਾ ਲੈ ਕੇ ਆਏ ਆਪਾਂ। ਇਹਨਾਂ ਨੂੰ ਬੜਾ ਤੰਗ ਨਹੀਂ ਕਰੀਦਾ ਕਿਉਂਕਿ ਹਰ ਡਿਪਾਰਟਮੈਂਟ ਦੇ ਆਪਣੇ ਆਪਣੇ ਕੰਮ ਹੁੰਦੇ। ਇਹਨਾਂ ਇਹ ਡਿਪਾਰਟਮੈਂਟ ਆ ਮੁੰਡਾ ਐਡੀਟਰ ਪਿੰਕ ਸ਼ਰਟ ਦੇ ਉੱਤੇ ਵਾਈਟ ਸ਼ਰਟ ਵਾਲਾ ਮੁੰਡਾ ਸਾਡਾ ਜਸ਼ਨ, ਇਹ ਸਾਡਾ ਸਿਨੇਮੈਟੋਗ੍ਰਾਫਰ ਐਂਡ ਡਾਇਰੈਕਟਰ। ਮੈਂ ਇਸ ਟਾਈਮ ਨਾ ਸ਼ੂਟ ਕਰ ਰਹਾ ਹੂੰ। ਹਾਂ, ਨਾਲ ਫੋਨ 'ਤੇ ਗੱਲਾਂ ਵੀ ਕਰ ਰਿਹਾ। ਮੇਰਾ ਇਹ ਹੈ ਸਾਡਾ ਐਡੀਟਰ ਮੁੰਡਾ
अगर कल सुबह मैंने is it possible? डांस भी बहुत सोहना करदा ਇਹਦੇ ਅੰਦਰ ऋतिक रोशन लुकिया है रास्ते सेंटर में मिलते हैं। हाँ जी। ओह देखो ये कुछ ना कुछ करके दिखाऊंगा वन मोर यो तेरी तू फ्रंट वाली करदा ਉਹ ਵੀ ਕਰਦਾ ਕਰ ਦੇ ਨਹੀਂ ਕਰਨੀ ਚਲ ਇਹ ਇਹਦੀ ਮਰਜ਼ੀ ਹੈ ਜੀ ਇਹ ਬੰਦੇ ਦੀ ਆਪਾਂ ਇਹਨੂੰ ਕਹਿ ਨਹੀਂ ਸਕਦੇ ਆ ਜਿਹੜਾ ਕੈਮਰਾ ਇਹਨੇ ਲਾਇਆ ਇਸ ਵੇਲੇ ਸ਼ੂਟਿੰਗ ਕਰ ਰਿਹਾ ਸੋ ਆ ਦੇਖੋ ਹੁਣ ਇੱਥੇ ਵੀਕਐਂਡ ਮਨਾਇਆ ਜਾ ਰਿਹਾ ਬਹੁਤ ਜ਼ਬਰਦਸਤ ਤਰੀਕੇ ਨਾਲ ਆਹ ਆਪਣੀ ਟੀਮ ਖੜੀ ਹੈ ਸਾਡੇ ਕਾਮੇ ਮੁੰਡੇ ਕਾਮੇ ਮੁੰਡੇ ਬਰਾਊਨ ਮੁੰਡੇ ਸੋ ਬਜਟ ਦੀ ਗੱਲ ਹੋ ਰਹੀ ਸੀ ਤੇ ਬਜਟ ਇੱਕ ਬਹੁਤ ਵੱਡਾ ਫੈਕਟਰ ਅਦਾ ਕਰਦਾ ਹੈ ਫਿਲਮ ਮੇਕਰ ਉਹ ਬਣੇ ਇੱਥੇ ਯਾਰ ਅੱਗੇ ਤੁਰ ਕੇ ਬਾਹਰ ਤੁਰਦਾ ਮੈਂ ਰਨਿੰਗ ਹੋ ਗਈ ਡਿਫਰੈਂਟ ਕਰ ਲਾ ਤੋਰਾ ਫੇਰਾ ਦੇ ਆਪਾਂ ਨੂੰ ਬੜਾ ਪਸੰਦ ਹੈ ਉਹ ਵੀ ਜੀ ਸਪੈਸ਼ਲੀ ਨਾਲ ਵੀਡੀਓ ਸ਼ੂਟ ਕਰਨਾ ਸੋ ਬਜਟ ਇੱਕ ਇੱਦਾਂ ਦੀ ਚੀਜ਼ ਹੈ ਜਿਹੜੀ ਸਮਾਰਟ ਗੇਮ ਹੁਣ ਜੇ ਤੁਸੀਂ ਕੌਫੀ ਟਿਮ ਹਾਰਟਨ ਦੀ ਪੀਓਗੇ ਸਾਰੇ ਕਰੂ ਨਾਲ ਤਾਂ ਤੁਹਾਨੂੰ ਉਹ ਕਾਸਟ ਕਰੂਗੀ ਐਵਰੀਡੇ $50 ਨਾਰਮਲ ਗੱਲ ਹੈ ਸਾਰੇ ਹੀ $50 ਪੇ ਕਰਦੇ ਆ ਪਰ ਜੇ ਉਹੀ ਕੌਫੀ ਤੁਸੀਂ ਇੱਕ ਵਾਰੀ ਮਸ਼ੀਨ 'ਤੇ ਸਪੈਂਡ ਕਰੋ $125 ਪਲੱਸ ਕੌਫੀ ਦਾ ਸਮਾਨ ਮਤਲਬ $50 ਹੋਰ ਸਪੈਂਡ ਕਰੋ ਕੌਫੀ ਦਾ ਸਮਾਨ ਸੋ $200 ਦਾ ਸਮਾਨ ਲੈ ਕੇ ਆਓ ਅਤੇ ਉੱਥੇ ਦੁੱਧ ਕਰੀਮਰਸ ਸ਼ੂਗਰ ਪਾਊਚ ਜਿਹੜੇ ਹੁੰਦੇ ਉਹ ਰੱਖੋ ਅਤੇ ਕੌਫੀ ਮਸ਼ੀਨ 'ਚੋਂ ਕੌਫੀ ਬਣਾ ਕੇ ਸਾਰੇ ਆਪਣੇ ਹਿਸਾਬ ਨਾਲ ਪੀ ਜਾਣ ਤਾਂ ਉਹੀ ਬਜਟ ਤੁਹਾਡਾ ਜਿਹੜਾ $50 ਪਰ ਡੇ ਜੇ ਤੁਸੀਂ 10 ਜਣਿਆਂ ਦਾ ਵੀ ਕਰੂਗਾ ਤਾਂ ਤੁਸੀਂ 2 ਟਾਈਮ ਕੌਫੀ ਪੀਓਗੇ $50 ਪਊਗੀ ਤਾਂ ਤੁਹਾਨੂੰ ਉਹੀ ਬਜਟ ਜਿਹੜਾ ਤੁਹਾਡਾ 4 ਦਿਨ 'ਚ ਲੱਗ ਜਾਣਾ ਸੀ ਉਹ ਤੁਹਾਡਾ ਸਾਰੀ ਫਿਲਮ ਲਈ ਹੋਊਗਾ ਮਾੜਾ ਮੋਟਾ ਉੱਪਰ ਥੱਲੇ ਹੋ ਜਾਊਗਾ ਪਰ $200 $200-250 ਹੋ ਜਾਊਗਾ ਨਾਲੇ ਉਹ 1 ਟਾਈਮ ਇਨਵੈਸਟਮੈਂਟ ਹੈ ਮਸ਼ੀਨ ਤਾਂ $150 ਅਤੇ ਉਹ ਜੇ ਤੁਸੀਂ 3 ਪ੍ਰੋਡਕਸ਼ਨ ਬਣਾਈਆਂ ਤਾਂ ਤੁਹਾਡੇ ਤਾਂ ਪੈਸੇ ਵੈਸੇ ਹੀ ਪੂਰੇ ਹੋ ਗਏ ਸੋ ਇੱਦਾਂ ਦੀਆਂ ਛੋਟੀਆਂ ਜਿਹੜੀਆਂ ਬਜਟਿੰਗ ਕਰਨੀ ਪੈਂਦੀ ਆਓ ਸਰ ਆਗੇ ਬੜੇ ਚਲੋ ਅਗਲੀ ਲੋਕੇਸ਼ਨ ਤੇ ਬਾਕੀ ਗੱਲਬਾਤ ਸੋ ਅੱਜ ਮੇਰੇ ਨਾਲ ਇੱਕ ਹੋਰ स्लो मोशन जी को लग रहा है ਇਹਨੇ ਵਾਈਡ ਤੇ ਸੋ ਅੱਜ ਮੇਰੇ ਨਾਲ ਇੱਕ ਹੋਰ ਡਾਇਰੈਕਟਰ ਨੇ ਦੇਖ ਲਓ ਜਦ ਹੀ ਪਛਾਣ ਲੈਂਦੇ ਵੀ ਸਲੋ ਮੋਸ਼ਨ ਹੈ ਹਾਈ ਮੋਸ਼ਨ ਹੈ ਵਾਈਡ ਹੈ ਕਲੋਜ਼ ਹੈ ਇਹਨਾਂ ਨੂੰ ਸਭ ਪਤਾ ਇਹ ਦੱਸਣਗੇ ਤੁਹਾਨੂੰ ਥੋੜਾ ਜਿਹਾ ਭਾਜੀ ਇਹਨਾਂ ਨਾਲ ਮੈਂ ਸਾਰੇ ਦੋਸਤਾਂ ਨਾਲ ਗੱਲਬਾਤ ਕਰ ਰਿਹਾ ਸੀਗਾ ਤੁਹਾਨੂੰ ਮਾੜਾ ਮੈਂ ਤਾਂ ਦੱਸਦਾ ਤੇ ਮੈਂ ਇਹਨਾਂ ਨੂੰ ਕਹਿ ਰਿਹਾ ਸੀ ਵੀ ਸਮਾਲ ਫਿਲਮ ਜਿਹੜਾ ਮੇਕਰ ਹੈ ਉਹਨੂੰ ਕੀ ਕੁਛ ਚਾਹੀਦਾ ਤੇ ਉਹਦੇ 'ਚ ਮੈਂ 2 ਚੀਜ਼ਾਂ ਨੂੰ ਬੜਾ ਜ਼ੋਰ ਦਿੱਤਾ ਜੇ ਇੱਕ ਤਾਂ ਸਭ ਤੋਂ ਪਹਿਲਾਂ ਹੌਸਲਾ ਚਾਹੀਦਾ ਤੇ ਦੂਜਾ ਵਿਸ਼ਵਾਸ ਚਾਹੀਦਾ बिल्कुल ਵੀ ਮੈਂ ਕਰ ਸਕਦਾ ਫਿਰ ਮੈਂ ਕਿਹਾ ਉਸ ਤੋਂ ਬਾਅਦ ਸਕ੍ਰਿਪਟਿੰਗ ਪੈਸੇ ਇਹ ਉਹ ਬਾਅਦ ਚ ਆਉਂਦੇ ਆ ਤੇ ਮੈਂ ਉਹਨਾਂ ਕਿਹਾ ਵੀ ਪੈਸਾ ਜਿਹੜਾ ਨਾ ਉਹਦੇ ਤੋਂ ਬਿਨਾਂ ਵੀ ਫਿਲਮ ਬਣ ਸਕਦੀ ਹੁਣ ਇਸ ਵੇਲੇ ਆਪਾਂ ਫਿਲਮ ਬਣਾ ਰਹੇ ਇੱਕ ਆ ਫਿਲਮ ਹੈ बिल्कुल बन सकता ਇਹ 'ਚ ਕੋਈ ਪੈਸਾ ਲੱਗ ਰਿਹਾ ਆਪਣਾ कुछ नहीं लग रहा ਸੋ ਬਿਨਾਂ ਪੈਸੇ ਤੋਂ ਹੀ ਫਿਲਮ ਬਣ ਸਕਦੀ ਤੁਹਾਡੇ ਅੰਦਰ ਜਜ਼ਬਾ ਚਾਹੀਦਾ ਹੌਸਲਾ ਚਾਹੀਦਾ ਸੋ ਤੁਸੀਂ ਵੀ ਕੋਈ 2-4 ਪੁਆਇੰਟ ਐਡ ਕਰੋ ਤੇ ਜਿਹਦੇ ਨਾਲ ਤੁਹਾਨੂੰ ਦੱਸੋ ਕਿ ਤੁਹਾਡੀ ਵੀ ਇੱਕ ਜਰਨੀ ਹੈ ਤੁਸੀਂ ਸਕੂਲ 'ਚ ਪੜ੍ਹੇ ਹੋ ਕਿਹੜਾ ਆਪਣਾ ਫਿਲਮ ਸਕੂਲ 'ਚ ਤੇ ਤੁਸੀਂ ਅੱਜ ਸਾਡੇ ਜਿਹੜਾ ਹੈਗਾ 2 ਫਿਲਮਾਂ ਦੇ ਡਾਇਰੈਕਟਰ ਰਹੇ ਹੋ ਤੇ ਤੁਸੀਂ 3 ਦੇ ਐਕਚੁਅਲੀ ਤੇ ਚੌਥੀ ਆਪਾਂ ਹੁਣ ਆਲਮੋਸਟ ਤਿਆਰੀ ਹੈ ਆਪਣੀ ਸੋ ਤੁਸੀਂ ਵੀ ਦੱਸੋ ਵੀ ਤੁਹਾਨੂੰ ਕਿੱਦਾਂ ਲੱਗਦਾ ਵੀ ਹੋਰ ਕੀ ਚਾਹੀਦਾ देखो जी छोटे फिल्म मेकर ਦੀ ਜਿਵੇਂ ਹੁਣ ਮੇਰੀ ਜਰਨੀ ਸ਼ੁਰੂ ਹੋਈ ਹੋਰਾਂ ਡਾਇਰੈਕਟਰਾਂ ਨਾਲ ਲੱਗ ਕੇ ਪਹਿਲਾਂ ਉਹਨਾਂ ਦੀਆਂ ਫਿਲਮਾਂ ਬਣਵਾਈਆਂ ਤੇ ਉੱਥੋਂ ਬੜਾ ਕੁਝ ਸਿੱਖਿਆ ਤੇ ਇਦਾਂ ਹੀ ਫਿਰ ਹੌਲੀ ਹੌਲੀ ਕੌਨਫੀਡੈਂਸ ਆਇਆ ਛੋਟੇ ਫਿਲਮ ਮੇਕਰ ਦਾ ਇਹੀ ਹੈ ਹਾਂਜੀ ਇੱਕ ਤਾਂ ਪਹਿਲਾਂ ਤੁਹਾਨੂੰ ਆਪਣੀ ਸਟੋਰੀ 'ਤੇ ਵਿਸ਼ਵਾਸ ਹੋਣਾ ਬਹੁਤ ਜ਼ਰੂਰੀ ਹੈ ਤੇ ਆਪਣੇ ਆਪ 'ਤੇ ਵਿਸ਼ਵਾਸ ਹੋਣਾ ਬਹੁਤ ਜ਼ਰੂਰੀ ਹੈ ਬਹੁਤ ਪ੍ਰੋਬਲਮਸ ਵੀ ਆਉਂਦੀਆਂ ਕਿਉਂਕਿ ਆਪਣੇ ਕੋਲ ਬਜਟ ਨਹੀਂ ਹੁੰਦੇ ਕਈ ਲੋਕਾਂ ਨੂੰ ਰਿਕੁਐਸਟ ਕਰਨੀ ਪੈਂਦੀ ਹੈ ਕਈਆਂ ਦੇ ਮਗਰ ਪੈਣਾ ਪੈਂਦਾ ਯੂ نو ਬੜਾ ਤਾਮਝਾਮ ਕਰਨ ਲਈ ਮਿਹਨਤ ਬੜੀ ਕਰਨੀ ਪੈਂਦੀ ਹੈ ਬਟ ਇਟਸ ਆਲ ਪਾਰਟ ਆਫ ਜਰਨੀ ਤੇ ਇੰਨੀ ਮਿਹਨਤ ਤੋਂ ਬਾਅਦ ਜਦੋਂ ਤੁਸੀਂ ਆਪਣਾ ਦੇਖਦੇ ਹੋ ਪ੍ਰੋਡਕਟ ਬਣਿਆ ਤੇ ਬੜਾ
ਅੱਛੀ ਫੀਲਿੰਗ ਆਉਂਦੀ ਹੈ ਕਿ ਇੰਨੇ ਘੱਟ ਕੀ ਕਹਿੰਦੇ ਉਹਨੂੰ ਬਜਟ ਵੀ ਤੇ ਘੱਟ ਰਿਸੋਰਸਸ ਮੈਂ ਰੁਜ਼ਗਾਰ ਕਹਿੰਦਾ ਘੱਟ ਰਿਸੋਰਸਸ ਨਾਲ ਵੀ ਤੁਸੀਂ ਇੱਕ ਫਿਲਮ ਕੰਪਲੀਟ ਕਰ ਲਈ ਤੇ ਬੜੀ ਵੱਡੀ ਗੱਲ ਹੈ। ਠੀਕ ਹੈ, ਟਾਈਮ ਜ਼ਰੂਰ ਲੱਗਦਾ, ਲਾਉਣਾ ਪੈਂਦਾ, ਲਾਉਣਾ ਚਾਹੀਦਾ ਵੀ ਹੈ, ਬਟ ਸੋ ਦੈਟਸ ਹਾਊ ਇਟ ਇਜ਼। ਛੋਟੇ ਜਿਹੜੇ ਇੰਡੀ ਫਿਲਮ ਮੇਕਰਸ ਫਿਰ ਇਦਾਂ ਹੀ ਹੈ ਜੀ, ਘੱਟ ਰਿਸੋਰਸਸ 'ਚ ਵੀ ਫਿਲਮ ਬਣਾਉਣਾ ਇੱਕ ਬੜੀ ਵੱਡੀ ਗੱਲ ਹੈ ਤੇ ਆਪਣੇ ਆਪ ਦੇ ਵਿੱਚ ਹਾਂ ਨਾਲੇ ਸਿੱਖਣ ਨੂੰ ਬਹੁਤ ਕੁਝ ਮਿਲਦਾ। ਤੁਸੀਂ ਫਿਰ ਹਰ ਪ੍ਰੋਜੈਕਟ ਨਾਲ ਯੂ ਇੰਪਰੂਵ ਯੋਰਸੈਲਫ ਐਂਡ ਜੋ ਪਿਛਲੀਆਂ ਗਲਤੀਆਂ ਤੋਂ ਸਿੱਖ ਕੇ ਤੁਸੀਂ ਅਗਲੀਆਂ 'ਚ ਸੁਧਾਰਦੇ ਹੋ, ਅਗਲੀਆਂ 'ਚ ਨਵੀਆਂ ਕਰਦੇ ਹੋ, ਉਹਨਾਂ ਨੂੰ ਸਿੱਖਦੇ ਹੋ, ਅੱਗੇ ਹੋਰ ਸੁਧਾਰਦੇ ਹੋ। ਸੋ ਇਟਸ ਅ ਜਰਨੀ। ਨਹੀਂ ਉਹ ਤਾਂ ਤੁਹਾਡੀ ਤਾਂ ਗੱਲ ਤਾਂ ਸਹੀ ਹੈ, ਜਿਵੇਂ ਹਾਂ ਵੀ ਉਹ ਕਹਿੰਦਾ ਪਿਆ ਇਦਾਂ ਲੱਗ ਰਿਹਾ ਵੀ ਗ੍ਰੀਨ ਸਕਰੀਨ ਲੱਗ ਰਹੀ, ਸਹੀ ਗੱਲ ਹੈ। ਤੁਹਾਨੂੰ ਮੈਂ ਦੱਸਿਆ ਨਾ ਵੀ ਇਹ ਫਿਲਮ ਵਾਕਈ ਡਾਇਰੈਕਟਰ ਨੇ ਇਦਾਂ ਦੀਆਂ ਚੀਜ਼ਾਂ ਪਛਾਣ ਲੈਂਦੇ ਨੇ ਵੀ ਕਿੱਥੇ ਕੀ ਹੈ। ਤੇ ਉਹੀ ਆਪਾਂ ਗੱਲ ਕਰਦੇ ਸੀ ਸਾਰਿਆਂ ਨਾਲ ਕਿ ਮੈਂ ਇਹਨਾਂ ਨੂੰ ਇਹ ਦੱਸਦਾ ਸੀ ਵੀ ਹੌਸਲਾ ਚਾਹੀਦਾ, ਪੈਸੇ ਨਹੀਂ ਚਾਹੀਦੇ। ਹੁਣ ਅਸੀਂ ਜਦੋਂ ਪਹਿਲੀ ਫਿਲਮ ਬਣਾਈ ਸੀਗੀ ਆਵਾ ਉਦੋਂ ਬਹੁਤ ਮਿੰਨਤਾਂ ਕੀਤੀਆਂ, ਸਭ ਦੇ ਟਾਈਮ ਲਏ ਵੀ ਭਾਈ ਆਓ ਕਰੋ ਸਾਡੇ ਨਾਲ ਕੰਮ। ਇਕਵਿਪਮੈਂਟ ਵਾਲਿਆਂ ਤੋਂ ਅਸੀਂ ਇਕਵਿਪਮੈਂਟ ਰੈਂਟ ਤੇ ਲਿਆ ਤੇ ਉਹਨਾਂ ਨੇ ਕਿਹਾ ਵੀ ਪੈਸੇ ਦੇਵਾਂਗੇ ਕਦੋਂ ਇਹ ਨਹੀਂ ਪਤਾ। ਹੌਲੀ ਹੌਲੀ ਦੇਤੇ, ਸਾਲ ਕ ਲੱਗਿਆ ਸਾਨੂੰ ਉਹਨਾਂ ਨੂੰ ਪੈਸੇ ਮੋੜਦੇ। ਤੇ ਲੋਕ ਵੀ ਤੁਹਾਡੇ ਨਾ, ਤੁਸੀਂ ਜਦੋਂ ਦਿਖਾਉਂਦੇ ਹੋ ਕਿ ਆ ਮੇਰੇ 'ਚ ਜਜ਼ਬਾ ਕਰਨ ਦਾ, ਤੇ ਲੋਕ ਵੀ ਤੁਹਾਡੇ ਨਾਲ ਉਵੇਂ ਜੁੜਦੇ। ਭਾਜੀ ਹੋਣੀ ਇਹ ਵੀ ਮੇਰੇ ਨਾਲ ਇੱਦਾਂ ਹੀ ਜੁੜੇ, ਇਹਨੂੰ ਲੱਗਿਆ ਕਿ ਯਾਰ ਵੀ ਇਹ ਬੰਦਾ ਜਿਹੜੀ ਗੱਲ ਕਹਿ ਰਿਹਾ ਵੀ ਇਹ ਪੋਸੀਬਿਲਿਟੀ ਹੈ। ਹੁਣ ਅਸੀਂ ਅੱਗੇ ਵੀ ਬਹੁਤ ਕੁਝ ਕਰ ਰਹੇ ਹਾਂ, ਅਸੀਂ ਫਿਲਮਾਂ ਤਾਂ ਕਰ ਹੀ ਰਹੇ ਹਾਂ, ਨਾਲ ਹੁਣ ਅਸੀਂ ਸਟੂਡੀਓ ਕਰ ਰਹੇ ਹਾਂ, ਫਿਰ ਅਸੀਂ ਐਡੀਟਿੰਗ ਟੇਬਲ, ਉਹਦੇ ਬਾਅਦ DI ਦਾ ਡਿਜੀਟਲ ਇਮੇਜਿੰਗ ਦਾ, ਯਾਨੀ ਕਿ ਕੀ ਕਹਿੰਦੇ ਉਹਨੂੰ ਡਿਵੈਂਚੀ ਵਾਲਾ ਜਿਹੜਾ ਸੌਫਟਵੇਅਰ ਜਿਹਾ ਉਹਦਾ ਜੁਗਾੜ ਹੋਇਆ, ਉਹ ਵੀ ਲਾ ਰਹੇ ਹਾਂ। ਕਲਰ ਗ੍ਰੇਡਿੰਗ ਕਹਿਣਾ ਸੀਗਾ। ਸੋ ਇੱਦਾਂ ਦੇ ਸਾਰੇ ਆਪਾਂ ਨਹੀਂ ਭਾਜੀ, ਆਪਾਂ ਸੈਂਟਰਲ ਵੁੱਡ ਹੀ ਕੱਢਾਂਗੇ, ਉਹਦਾ ਘਰ ਸੈਂਟਰਲ ਵੁੱਡ ਤੇ ਨਾ ਬਵੇੜੀ ਤੇ ਨਹੀਂ, ਪਹਿਲਾਂ ਆਪਾਂ ਉਹਦੇ ਘਰ ਜਾ। ਇੱਦਾਂ ਦਾ ਸਾਰਾ ਅਸੀਂ ਜਿਹੜਾ ਆਪਦਾ ਕਰ ਰਹੇ ਇਨ ਹਾਊਸ। ਕੈਮਰਾ ਅਸੀਂ ਸਾਡੇ ਦੋਸਤ ਆ ਉਹਨਾਂ ਤੋਂ ਅਸੀਂ ਬੋਰੋ ਕੀਤਾ ਹੋਇਆ, ਉਹ ਕੁਝ ਕਰਦੇ ਨਹੀਂ ਸੀ, ਕੈਮਰਾ ਘਰੇ ਹੀ ਪਿਆ ਸੀ, ਤੇ ਜੇ ਸਾਡੇ ਕੋਲ ਪਿਆ ਹੋਊਗਾ ਤਾਂ ਕੁਛ ਨਾ ਕੁਛ ਤਾਂ ਕਰੂਗਾ ਹੀ। ਹੁਣ ਅੱਗੇ ਅਸੀਂ ਮਿਊਜ਼ਿਕ ਵੀਡੀਓਜ਼ ਕਰ ਰਹੇ ਹਾਂ, ਬਹੁਤ ਕੁਛ ਹੈ। ਮਤਲਬ ਤੁਸੀਂ ਜਦੋਂ ਸਟਾਰਟ ਹੋਏ ਨੇ ਫਿਰ ਬੜਾ ਕੁਛ ਹੈ। ਜੇ ਤੁਹਾਡੇ ਪਿੱਛੇ ਦੀ 2019 ਦੀ ਜਰਨੀ ਦੇਖੋ, ਸਾਨੂੰ ਕੁਛ ਨਹੀਂ ਸੀ ਪਤਾ। ਅੱਜ 2021 ਦੇ ਵਿੱਚ ਆ ਕੇ ਇਹ ਗੱਲ ਤਾਂ ਇਹ ਵੀ ਮੁੜ ਕੇ ਚੱਲ ਰਿਹਾ। ਅੱਜ 2021 ਦੇ ਵਿੱਚ ਆ ਕੇ ਸਾਨੂੰ ਬਹੁਤ ਕੁਝ ਸਮਝ ਆਇਆ। ਇੰਨਾ ਕੁ ਜ਼ਿਆਦਾ ਕੌਨਫੀਡੈਂਸ ਵੱਧ ਰਿਹਾ ਦਿਨ ਬ ਦਿਨ, ਵੀ ਪਤਾ ਵੀ ਜੋ ਕਰ ਰਹੇ ਆ ਇਹ ਕੁਛ ਨਾ ਕੁਛ ਤਾਂ ਬਣ ਜੂ। ਔਰ ਸਾਡੀ ਇੱਕ ਫਿਲਮ ਆ ਰਹੀ ਹੈ, ਦੋਨਾਂ ਦੀ ਇਕੱਠੇ ਇਹਨਾਂ ਨੇ ਡਾਇਰੈਕਟ ਕੀਤੀ ਹੈ। ਉਹ ਸਟੋਰੀ ਮੈਂ ਲਿਖੀ ਸੀ, ਨਾਲ ਇਹਨਾਂ ਨੇ ਹੈਲਪ ਕੀਤੀ ਉਹਦੇ 'ਚ ਲਿਖਣ 'ਚ ਵੀ। ਫਿਰ ਅਸੀਂ ਕਰੂ ਹੈ ਨਹੀਂ ਉਹਦੇ 'ਚ 3 ਜਾਂ 4 ਜਣਿਆਂ ਦਾ ਕਰੂ ਹੈ ਟੋਟਲ, ਇੰਕਲੂਡਿੰਗ ਐਕਟਰਸ। ਆਪ ਹੀ ਲਾਈਟਾਂ ਚੱਕੀਆਂ, ਆਪ ਹੀ ਕੀਤਾ। ਪ੍ਰੋਪਰ ਲੋਕਡਾਊਨ ਟਾਈਮ ਸੀ, ਜਦੋਂ ਬਾਹਰ ਨਿਕਲ ਕੇ ਪਰਿੰਦਾ ਵੀ ਪਰ ਨਹੀਂ ਸੀ ਮਾਰ ਸਕਦਾ, ਉਸ ਵੇਲੇ ਅਸੀਂ ਫਿਲਮ ਸ਼ੂਟ ਕੀਤੀ। ਤੇ ਅਗੇਨ ਜ਼ੀਰੋ ਰਿਸੋਰਸਿਸ, ਜ਼ੀਰੋ ਮਨੀ, ਕੁਛ ਵੀ ਨਹੀਂ ਸੀ ਸਾਡੇ ਕੋਲ, ਐਂਡ ਵੀ ਡਿਡ ਇਟ। ਇੱਦਾਂ ਦੀਆਂ ਚੀਜ਼ਾਂ ਜੇ ਤੁਸੀਂ ਕਰਨੀਆਂ ਤਾਂ ਤੁਹਾਨੂੰ ਆਪ ਤੇ ਭਰੋਸਾ ਚਾਹੀਦਾ। ਹੁਣ ਬਹੁਤ ਸਾਰੇ ਲੋਕੀ ਪੈਸੇ ਕਰਕੇ ਨਹੀਂ ਕਰ ਰਹੇ, ਪੈਸਾ ਆਊਗਾ ਤਾਂ ਕਰਾਂਗੇ, ਉਹ ਆਉਣਾ ਨਹੀਂ ਵੀਰੇ, ਉਹ ਕਰਨ ਨਾਲ ਆਉਣਾ। ਮੈਂ 2 ਫਿਲਮਾਂ ਕੀਤੀਆਂ, ਹੁਣ ਲੋਕੀ ਮਿਲਦੇ ਆ, ਲੋਕੀ ਫੋਨ ਕਰਦੇ ਆ, ਭਾਜੀ ਯਾਰ ਵੀ ਕਿੱਦਾਂ ਕਰੀਏ ਅੱਗੇ ਕੁਛ ਕਰੀਏ। 5 ਆ ਜਾਣ ਫਿਰ ਪੈਸਾ ਵੀ ਆਊਗਾ। ਹਲੇ ਲੋਕਾਂ ਦੀਆਂ ਗੱਲਾਂ ਆ ਰਹੀਆਂ, ਸਲਾਹਾਂ ਆ ਰਹੀਆਂ, ਫਿਰ ਲੋਕੀ ਪੈਸਾ ਵੀ ਲੈ ਕੇ ਆਉਣਗੇ। ਤੁਹਾਨੂੰ ਆਪਣੇ ਆਪ ਤੇ ਭਰੋਸਾ ਕਰਾਉਣਾ ਪੈਣਾ ਲੋਕਾਂ ਤੋਂ, ਤੁਹਾਨੂੰ ਕੁਛ ਨਾ ਕੁਛ ਕਰਕੇ ਦਿਖਾਉਣਾ ਪੈਣਾ। ਇੱਕ ਛੋਟੇ ਫਿਲਮ ਮੇਕਰ ਨੂੰ ਸਭ ਤੋਂ ਜਿਹੜੀ ਹੋਰ ਇੱਕ ਵੱਡੀ ਪ੍ਰੋਬਲਮ ਆਉਂਦੀ ਹੈ ਕਿ ਉਹ ਪ੍ਰੋਬਲਮ ਆਉਂਦੀ ਹੈ ਫੈਮਿਲੀ ਵੱਲ। ਤੁਹਾਨੂੰ ਫੈਮਿਲੀ ਦੀ ਸਪੋਰਟ ਨਹੀਂ ਹੁੰਦੀ। ਪਰ ਸਾਡੇ ਤੇ ਇੱਧਰ ਭਾਜੀ ਹੋਣਾ ਵੱਲ ਵੀ, ਮੇਰੇ ਵੱਲ ਵੀ, ਸਾਡੇ ਤੇ ਇਹ ਬੜੀ ਵੱਡੀ ਕਿਰਪਾ ਕਿ ਸਾਡੇ ਜਿਹੜੇ ਪੇਰੈਂਟਸ ਆ ਉਹ ਕਹਿੰਦੇ ਵੀ ਜੋ ਕਰਨਾ ਕਰੋ, ਖਿੱਚ ਕੇ ਕਰੋ, ਦੱਬ ਕੇ ਕਰੋ, ਅਸੀਂ ਤੁਹਾਡੇ ਨਾਲ। ਸੋ ਫੈਮਿਲੀ ਦੀ ਸਪੋਰਟ ਜਿਹੜੀ ਨਾ ਹੋਣੀ ਬਹੁਤ ਜ਼ਰੂਰੀ ਹੈ। ਤੇ ਫੈਮਿਲੀ ਕਵੇ ਵੀ ਯਾਰ ਕਰਕੇ ਦਿਖਾ, ਫਿਰ ਤੁਸੀਂ ਜ਼ਰੂਰ ਕਰ ਜਾਂਦੇ ਹੋ। ਬਿਲਕੁਲ, ਫੈਮਿਲੀ ਦੀ ਸਪੋਰਟ ਤੋਂ ਬਿਨਾ ਦੇਖੋ ਨਾ, ਆਪਣੇ ਬਣਿਆ ਹੈ ਕਿ ਪੜ੍ਹਾਈ ਕਰ ਲਓ, ਜੌਬ ਲੱਗ ਜਾਓ, ਵਿਆਹ ਕਰ ਲਓ, ਬੱਚੇ ਕਰ ਲਓ, ਦੈਨ ਜਸਟ ਜਿਹੜਾ ਇੱਕ ਰੂਟੀਨ ਜਿਹਾ ਬਣਿਆ ਹੈ, ਸੈੱਟ ਰੂਟੀਨ ਜਿਹਾ, ਉਹਨੂੰ ਸਾਰੇ ਫੋਲੋ ਕਰਦੇ ਵੀ ਹੈ। ਚਲੋ ਕਰਨਾ ਵੀ ਚਾਹੀਦਾ, ਬਟ ਇਫ ਯੂ ਹੈਵ ਅ ਪੈਸ਼ਨ, ਉਹਨੂੰ ਵੀ ਫੋਲੋ ਕਰਨਾ ਬਹੁਤ ਜ਼ਰੂਰੀ ਹੈ। ਪੈਸ਼ਨ ਨੂੰ ਫੋਲੋ ਕਰੋ, ਫੇਲ ਹੋਵੋ, ਇਟਸ ਬੈਟਰ, ਬਟ ਨਾਟ ਇਵਨ ਟਰਾਈਂਗ, ਦੈਟ ਇਜ਼ ਰੀਅਲੀ ਬੈਡ। ਕਰਕੇ ਫੇਲ ਹੋਵੋ, ਦੈਟ
ਸਟਿਲ ਤੁਹਾਨੂੰ ਖੁਸ਼ੀ ਹੋਊਗੀ ਚਲੋ ਐਟਲੀਸਟ ਆਈ ਟਰਾਈਡ। ਸੋ ਆ ਜਿਹੜਾ ਪੈਸ਼ਨ ਕਰ ਰਹੇ ਅਸੀਂ ਫੋਲੋ ਦੋਨੋਂ, ਬਿਲਕੁਲ ਸਾਡੀ ਫੈਮਿਲੀ ਦੀ ਪੂਰੀ ਸਪੋਰਟ ਹੈ ਕਿਉਂਕਿ ਉਹਨਾਂ ਨੂੰ ਦਿਖਦਾ ਕਿ ਮੁੰਡੇ ਪੈਸ਼ਨੇਟ ਹੈ, ਕਰ ਰਹੇ ਆ, ਮਤਲਬ ਪੂਰੀ ਮਿਹਨਤ ਨਾਲ ਕਰ ਰਹੇ ਆ, ਤੇ ਮਿਹਨਤ ਨਾਲ ਫਿਰ ਕਰ ਰਹੇ ਆ ਤਾਂ ਫਲ ਤਾਂ ਮਿਲੂਗਾ ਹੀ ਮਿਲੂਗਾ, ਹੈ ਨਾ। ਕਹਿੰਦੇ ਨਾ ਮਿਹਨਤ ਕਰੋ ਫਲ ਕੀ ਇੱਛਾ ਨਾ ਕਰੋ, ਬਟ ਉਹ ਇੱਛਾ ਹੋ ਜਾਂਦੀ ਹੈ ਤੇ ਫਲ ਆਊਗਾ ਵੀ, ਪੂਰੀ ਵੀ ਹੋਊਗੀ, ਹਾਂ ਪੂਰੀ ਵੀ ਹੋਊਗੀ ਤਾਂ ਪੂਰੀ ਵੀ ਹੋਊਗੀ ਬਿਲਕੁਲ। ਸੋ ਫੈਮਿਲੀ ਦੀ ਸਪੋਰਟ ਬਹੁਤ ਜ਼ਰੂਰੀ, ਤੁਹਾਡੇ ਦੋਸਤਾਂ ਮਿੱਤਰਾਂ ਦੀ ਹੱਲਾਸ਼ੇਰੀ, ਠੀਕ ਆ, ਉਹਨਾਂ ਵੱਲੋਂ ਆਈ ਜਾਣਾ ਕਿ ਹਾਂ ਵੀ ਤੁਹਾਡਾ ਆਹ ਪ੍ਰੋਡਕਟ ਬਹੁਤ ਵਧੀਆ, ਪਿਛਲੇ ਨਾਲੋਂ ਵਧੀਆ ਹੁਣ ਸਾਨੂੰ ਸੁਣਨ ਨੂੰ ਮਿਲਦਾ। ਹੁਣ ਸਾਡੀ ਆਵਾਊਤ ਜਦੋਂ ਟੀਵੀ ਤੇ ਵਰਲਡ ਟੀਵੀ ਪ੍ਰੀਮੀਅਰ ਹੋਇਆ ਆਪਣੇ ਪਿਟਾਰਾ ਤੇ, ਤਾਂ ਦੁਨੀਆ ਭਰ ਤੋਂ ਫੋਨ ਆਏ ਕਿ ਨਾ, ਕਿੰਨਾ ਚੰਗਾ ਲੱਗਦਾ ਕਿ ਲੋਕੀ ਸਾਡਾ ਕੰਮ ਦੇਖਦੇ ਆ, ਵੱਡੇ ਐਕਟਰਾਂ ਦੇ ਫੋਨ ਆਏ, ਬੜੇ ਲੋਕਾਂ ਨੇ ਕਦੇ ਟੀਵੀ ਤੇ ਦੇਖਦੇ, ਅੱਜ ਉਹ ਸਾਡੇ ਨਾਲ ਫੋਨ ਤੇ ਗੱਲ ਕਰਦੇ ਆ, ਹਾਂ, ਤੇ ਉਹ ਕਹਿੰਦੇ ਯਾਰ ਵੀ ਤੇਰੀ ਫਿਲਮ ਦੇਖੀ ਯਾ ਵੀ ਮੁੰਡੇ ਕਮਾਲ ਕਰਤੀ, ਉਹ ਸਾਡੇ ਤੋਂ ਵੱਡੇ ਨੇ, ਸੀਨੀਅਰ ਨੇ, ਬਹੁਤ ਸੀਨੀਅਰ ਨੇ, ਤੇ ਉਹ ਸਾਨੂੰ ਉਹਨਾਂ ਨੇ ਆਪਣੇ ਬੱਚਿਆਂ ਨੂੰ ਗਾਈਡ ਵੀ ਕੀਤਾ, ਯਾ ਭਾਜੀ ਨੂੰ ਸਪੈਸ਼ਲ ਫੋਨ ਆਇਆ, ਤੇ ਇਦਾਂ ਦੀਆਂ ਚੀਜ਼ਾਂ ਨੇ। ਉਹ ਉਹਨਾਂ ਨੂੰ ਕੀ ਪਤਾ ਸੀ ਵੀ ਜੇ ਅਸੀਂ ਸਾਡੇ ਅੰਦਰ ਪੈਸ਼ਨ ਹੈ ਤੇ ਅਸੀਂ ਘਰੇ ਬੈਠੇ ਰਹਿੰਦੇ। ਹੁਣ ਜੇ ਜੌਬ ਕਰਦੇ ਰਹਿੰਦੇ ਤਾਂ ਮਤਲਬ ਜੌਬ ਹੀ ਠੀਕ ਹੈ, ਹਾਂ ਜੌਬ 'ਚ ਵੀ ਤੁਸੀਂ ਘਰ ਬਣਾ ਲਿਆ, ਠੀਕ ਹੈ, ਮੈਂ ਉਹਨੂੰ ਮਾੜਾ ਨਹੀਂ ਕਹਿੰਦਾ, ਬਟ ਜੇ ਅਗੇਨ ਗੱਲ ਉਹੀ ਆ ਗਈ, ਜੇ ਤੁਹਾਡੇ 'ਚ ਕੁਝ ਡਿਫਰੈਂਟ ਕਰਨ ਦਾ ਚਾਹ ਹੈਗੀ ਅੰਦਰੋਂ, ਤੁਹਾਡੇ ਅੰਦਰ ਜਨੂਨ ਹੈ, ਤੁਹਾਨੂੰ ਕੋਸ਼ਿਸ਼ ਜ਼ਰੂਰ ਕਰੋ, ਕੋਸ਼ਿਸ਼ ਕਰਕੇ ਭਾਵੇਂ ਫੇਲ ਹੋ ਜਾਓ, ਦੈਟ ਇਜ਼ 1000 ਟਾਈਮਸ ਬੈਟਰ ਦੈਨ ਨਾਟ ਟਰਾਈਂਗ ਐਟ ਆਲ। ਬਿਲਕੁਲ, ਜਿਵੇਂ ਕੱਲਾ ਫਿਲਮ ਮੇਕਿੰਗ ਨਹੀਂ, ਹੋਰ ਤਰ੍ਹਾਂ ਦੇ ਵੀ ਬੜੇ ਕਈਆਂ ਦੇ ਸ਼ੌਂਕ ਨੇ। ਕੋਈ ਬੰਦਾ ਸੌਕਰ 'ਚ ਪਲੇਅਰ ਬਣਨਾ ਚਾਹੁੰਦਾ, ਕੋਈ ਬੰਦਾ ਚਾਹੁੰਦਾ ਕਿ ਮੈਂ ਦੇਸ਼ ਨੂੰ ਰਿਪਰੈਜ਼ੈਂਟ ਕਰਾਂ ਐਜ਼ ਅ ਪੋਲੀਟੀਸ਼ੀਅਨ, ਕੋਈ ਬੰਦਾ ਚਾਹੁੰਦਾ ਵੀ ਮੈਂ ਐਜ਼ ਅ ਸੇਲਸ ਪਰਸਨ ਕੰਮ ਕਰਾਂ ਕਿਸੇ ਕੰਪਨੀ ਦੇ ਵਿੱਚ, ਕੋਈ ਬੰਦਾ ਚਾਹੁੰਦਾ ਮੈਂ ਪਾਇਲਟ ਬਣਾ, ਕੋਈ ਬੰਦਾ ਮਤਲਬ ਜਿੱਦਾਂ ਦਾ ਵੀ ਤੁਹਾਡੇ ਅੰਦਰ ਹੈ, ਤੇ ਤੁਸੀਂ ਜੇ ਉਹਨੂੰ ਇੱਕ 2500 3000 4000 ਦੀ ਨੌਕਰੀ ਕਰਕੇ 8 ਘੰਟੇ ਲਾ ਕੇ ਉਸ ਤੋਂ ਬਾਅਦ ਉਹਨੂੰ ਸਿਰਫ ਬਹਿ ਕੇ ਰੋ ਰਹੇ ਹੋ ਨਾ, ਤਾਂ ਤੁਸੀਂ ਗਲਤ ਹੋ। ਤੁਸੀਂ ਮੈਂ ਵੀ ਜੌਬ ਕਰਦਾ, ਭਾਜੀ ਹੋਣੀ ਵੀ ਜੌਬ ਕਰਦੇ, ਪਾਰਟ ਟਾਈਮਰ ਅਸੀਂ, ਪਰ ਅਸੀਂ ਪਾਰਟ ਟਾਈਮ ਜੌਬ ਕਰਕੇ ਆ ਕੇ ਵੀ ਇਹ ਗੱਲ ਕਰਦੇ ਆ, ਜੌਬ ਤੇ ਵੀ ਆਹੀ ਗੱਲ ਕਰਦੇ ਆ, ਜੌਬ ਤੇ ਹੁੰਦੇ ਹੋਏ ਵੀ ਇਹਨਾਂ ਲੋਕਾਂ ਦੇ ਵਿੱਚ ਹੀ ਰਹਿੰਦੇ ਆ। ਜੌਬ ਤਾਂ ਮਤਲਬ ਸਾਡੀ ਇੱਕ ਹੈ ਵੀ ਉਹ ਕਹਿ ਲਓ ਵੀ ਇੱਕ ਲਾਸ਼ ਹੀ ਜਾਂਦੀ ਹੈ ਤੇ ਉੱਥੇ ਜਾ ਕੇ ਕੰਮ ਕਰਦੀ ਹੈ ਤੇ ਲਾਸ਼ ਵਾਪਸ ਆ ਜਾਂਦੀ, ਕਿਉਂਕਿ ਦਿਮਾਗ ਤਾਂ ਕਿਤੇ ਹੋਰ ਹੀ ਚੱਲ ਰਿਹਾ, ਦਿਮਾਗ ਜੌਬ ਤੇ ਨਹੀਂ ਹੈ। ਬਹੁਤ ਸਾਰੇ ਇਸ ਚੀਜ਼ਾਂ ਦੇ ਕਨਸੀਕੁਐਂਸਿਸ ਹੋਏ, ਮੈਨੂੰ ਤਾਂ ਸਪੈਸ਼ਲੀ ਹੋਏ ਆ। ਤੇ ਨਾਲੇ ਦੇਖੋ ਜੌਬ ਤੇ 8 ਘੰਟੇ ਲਾਉਣੇ, ਉਹ ਐ ਹੁੰਦਾ ਕਿ ਮਤਲਬ ਜੌਬ ਸ਼ੁਰੂ ਕਰਦੇ ਸਾਰੀ ਅੱਖਾਂ ਘੜੀ ਵੱਲ ਜਾਂਦੀ ਹੈ ਕਿ ਹਾਏ ਹਜੇ 7 ਘੰਟੇ ਰਹਿੰਦੇ, ਹਜੇ ਹਾਂ 6.5 ਘੰਟੇ ਹੋਰ, ਹਾਏ ਹਜੇ 5 ਘੰਟੇ ਹੋਰ। ਤੇ ਜਦੋਂ ਅਸੀਂ ਫਿਲਮ ਬਣਾਉਂਦੇ ਹਾਂ ਅਸੀਂ 15 ਘੰਟੇ 18 ਘੰਟੇ ਅਸੀਂ ਕੰਮ ਕਰਦੇ, ਤੇ ਪਤਾ ਨਹੀਂ ਲੱਗਦਾ ਵੀ ਦੂਜੇ ਦਿਨ ਫੇਰ ਸਵੇਰੇ ਉੱਠ ਕੇ ਉਨੀ ਸਪੀਡ, ਉਹਨੇ ਪੈਸ਼ਨ ਨਾਲ ਉਹਨੇ ਸਪੀਡ, ਹਾਂ ਉਨੀ એનર્ਜੀ ਹੁੰਦੀ ਐ, ਐ ਨਹੀਂ ਕਿ ਥੱਕ ਗਏ ਮਰ ਗਏ, ਨੀਂਦ ਆ ਗਈ, ਕੁਛ ਨਹੀਂ। ਮੈਂ 5 ਦਿਨ ਲਗਾਤਾਰ ਕੰਮ ਤੇ ਬਹੁਤ ਘੱਟ ਜਾਂਦਾ। ਮੈਂ ਜੇ 5 ਦਿਨ ਜਾਣਾ ਪੈ ਜਾਏ ਨਾ, ਮਤਲਬ 5ਵੇਂ ਦਿਨ ਤਾਂ ਬਸ ਏਦਾਂ ਹੀ ਜਾਂਦਾ ਵੀ ਹਾਏ ਰਾਹ ਚੋਂ ਕੋਈ ਕਹਿ ਦੇਵੇ ਵੀ ਆਸ ਯਾਰ ਅੱਜ ਹੋ ਗਿਆ, ਤੂੰ ਚੱਲ ਸ਼ਾਬਾਸ਼ ਮੇਰਾ ਸ਼ੇਰ ਘਰੇ ਹੈ ਨਾ। ਹਾਂ, ਸੋ ਜੌਬ ਤੇ ਜਾਣਾ ਤੇ ਫਿਲਮ ਬਣਾਉਣਾ, ਇਹ ਬੜਾ ਸਾਡੇ ਲਈ ਫਿਲਮ ਬਣਾਉਣਾ, ਕਿਸੇ ਲਈ ਫਿਲਮ ਬਣਾਉਣਾ ਕੋਈ ਪੈਸ਼ਨ ਨਾ ਵੀ ਹੋ ਸਕਦਾ, ਹਾਂ ਉਹਨਾਂ ਲਈ ਜੌਬ ਹੋਊਗੀ, ਹਾਂ ਕਈ ਕਿਸੇ ਲਈ ਕੋਈ ਹੋਰ ਪੈਸ਼ਨ ਹੋ ਸਕਦਾ। ਸੋ ਆਪਦੇ 8 ਘੰਟੇ ਲਾਓ, ਜੌਬ ਕਰੋ, ਜੌਬ ਜ਼ਰੂਰੀ ਹੈ ਕਿਉਂਕਿ ਖਰਚੇ ਨਹੀਂ, ਅਸੀਂ ਵੀ ਪੂਰੇ ਕਰ ਰਹੇ ਹਾਂ। ਜੌਬ ਕਰੋ, ਜੌਬ ਨਾ ਛੱਡਿਓ, ਸਾਡੇ ਕਹਿਣ ਤੇ ਜੌਬ ਉਨੀ ਦੇਰ ਨਾ ਛੱਡਿਓ ਜਿੰਦਰ ਤੁਸੀਂ ਘੱਟੋ ਘੱਟ ਅੱਧੀ ਇਨਕਮ ਨੂੰ ਮੀਟ ਨਾ ਕਰ ਜਾਓ। ਜਦੋਂ ਤੁਸੀਂ ਅੱਧੀ ਨੂੰ ਵੀ ਮੀਟ ਕਰਕੇ ਨਾ, ਤਾਂ ਤੁਸੀਂ ਜਦੋਂ ਬਾਕੀ ਦੇ 8 ਘੰਟੇ ਵੀ ਇੱਧਰ ਲਾਉਣ ਲੱਗ ਗਏ ਤਾਂ ਤੁਸੀਂ ਡਬਲ ਬਣਾ ਲਓਗੇ ਜਲਦੀ। ਸੋ ਅੱਧੀ ਇਨਕਮ ਨੂੰ ਮੀਟ ਕਰੋ। ਆ ਜੀ ਬ੍ਰੇਕਾਂ, ਬਹੁਤ ਜ਼ਬਰਦਸਤ ਬ੍ਰੇਕਾਂ ਲੱਗ ਗਿਆ ਸਾਡੇ ਮੂਰੇ। ਤੇ ਸੀ ਬਾਏ ਦ ਵੇ, ਹਾਂਜੀ ਮੈਂ ਕਿਹਾ ਜਾ ਰਹੇ ਹਾਂ ਨਾਲ ਟਰੈਵਲ ਕਰ ਰਹੇ ਹਾਂ, ਟਰੈਵਲ ਕਰਦੇ। ਸੋ ਜਸਟ ਟਾਕਿੰਗ ਟੂ ਯੂ ਗਾਇਜ਼ ਵਾਈਲ ਟਰੈਵਲਿੰਗ। ਮੌਸਮ ਬਹੁਤ ਸੋਹਣਾ ਹੈ, ਉਹ ਹੁਣ ਬਿਜਲੀ ਗੜਕੀ ਸੀ, ਦੇਖੀ ਹਾਂ ਬੱਦਲ ਗਰਜ ਰਹੇ ਨੇ, ਮੀਂਹ ਪਊਗਾ ਤੇਜ਼, ਕਿਉਂਕਿ ਅੱਜ ਵੈਦਰ ਤਾਂ ਚਲੋ ਹਲੇ ਸਮਰ ਹੈ, ਸੋਹਣਾ ਹੀ ਹੁੰਦਾ ਯਾਰ, ਸਮਰ ਇਜ਼ ਬਿਊਟੀਫੁਲ। ਇੱਥੇ ਸਮਰ ਦੇ ਵਿੱਚ ਲੋਕੀ ਬਹੁਤ ਕੰਮ ਕਰਦੇ ਆ, ਪਤਾ ਨਹੀਂ ਸਾਡੀ ਬੈਡ ਲੱਕ ਹੈ, ਪਤਾ ਨਹੀਂ ਕੀ ਚੱਕਰ। ਅਸੀਂ ਸਮਰ 'ਚ ਹਜੇ ਤੱਕ, ਸਮਰ 'ਚ ਆਪਾਂ ਕੋਈ ਫਿਲਮ ਬਣਾਈ ਕੋ ਆਵਾ ਉੱਤੇ ਬਣਾਈ ਸੀ ਸਮਰ 'ਚ, ਅਦਰਵਾਈਜ਼ ਅਸੀਂ ਵਿੰਟਰ 'ਚ ਹੀ ਫਿਲਮਾਂ ਬਣਾ ਰਹੇ, ਪਤਾ ਨਹੀਂ ਕੀ ਚੱਕਰ ਹੈ। ਹੁਣੇ ਪਿਛਲੇ ਸਾਲ ਕੋਵਿਡ ਵਾਲੀ ਬਣਾਈ, ਉਹ ਵੀ ਨਹੀਂ, ਉਹ ਸਮਰ ਸੀ, ਉਹ ਸਮਰ ਸੀ, ਹਾਂ ਉਹ ਵੀ 2 ਫਿਲਮਾਂ ਸਮਰ ਸੀ, 2 ਸਮਰ 'ਚ ਬਣਾਈਆਂ ਤੇ 2 ਅਸੀਂ ਵਿੰਟਰ 'ਚ ਬਣਾਈਆਂ। ਅੱਗੇ ਵੀ ਅਸੀਂ ਟਰਾਈ ਐਤਕੀ ਇੱਕ ਸਮਰ 'ਚ ਬਣਾਵਾਂਗੇ, ਹਲੇ ਉਹਦੇ ਤੇ ਗੱਲਬਾਜੀ ਚੱਲੀ ਜਾਂਦੀ ਹੈ। ਸਾਡੇ ਨਾਲ ਹੋਰ ਵੀ ਸੱਜਣ ਮਿੱਤਰ ਨੇ, ਬਹੁਤ ਕੁਝ ਦੇਖਣਾ ਪੈਂਦਾ, ਲੋਕਾਂ ਦੀ ਟਾਈਮ ਅਵੇਲੇਬਿਲਿਟੀ ਹੈ ਨਾ। ਲੱਗੇ ਯਾਰ ਜੋ ਤੁਸੀਂ ਸਾਡੀ ਵੀਡੀਓ ਦੇਖੋਗੇ ਤੇ ਸਾਨੂੰ ਕੰਟੈਕਟ ਕਰ ਸਕਦੇ ਹੋ, ਕਿਉਂਕਿ ਅਸੀਂ
ਅਸੀਂ ਮੋਟੀਵੇਸ਼ਨ ਤਾਂ ਦੇਵਾਂਗੇ ਜੇ ਹੋਰ ਨਹੀਂ ਕੋਈ ਦੇਵਾਂਗੇ, ਤੇ ਰੋਲ ਵੀ ਦੇਵਾਂਗੇ ਤੁਹਾਨੂੰ। ROLL ਵਾਲਾ ਰੋਲ, ਇਦਾਂ ਵਾਲੇ ਰੋਲ ਹੁੰਦੇ, ਉਹ ਤਾਂ ਰੋਲ ROLE, ਹਾਂ ਉਹ ਗੋਲ ਵਾਲਾ ਰੋਲ ਹੁੰਦਾ। ਨਹੀਂ ਅਸੀਂ ROLE ਵਾਲਾ ਰੋਲ ਦੇਵਾਂਗੇ, ਪੰਜਾਬੀ ਵਾਲਾ ਨਹੀਂ ਰੋਲ ਦੇ ਕਿਉਂਕਿ ਅਸੀਂ ਬਚਾਵਾਂਗੇ ਰੋਲ। ਜਿਹੜੇ ਬੰਦਿਆਂ ਨੇ ਨਾ ਗਰਾਊਂਡ ਲੈਵਲ ਦੇਖਿਆ ਹੁੰਦਾ, ਜਦੋਂ ਜਿਹੜੇ ਬੰਦੇ ਥੱਲੇ ਸ਼ੁਰੂ ਹੋਏ ਆ ਨਾ, ਉਹ ਬਹੁਤ ਥੋੜੀ ਡਿਸਟਰੈਕਸ਼ਨ ਹੋ ਗਈ ਸੀ, ਬਟ ਚਲੋ ਦੈਟਸ ਪਾਰਟ ਆਫ ਲਾਈਫ। ਇਹ ਡਿਸਟਰੈਕਸ਼ਨ ਤਾਂ ਨਾਲ ਚੱਲਦੀ ਹੈ। ਉਹ ਤੁਰ ਪਾ ਭਰਾਵਾ, ਸਾਰੀ ਗਲੀ ਤੁਰ ਪਈ। ਸੋ ਥੱਲੇ ਜਦੋਂ ਗਰਾਊਂਡ ਤੋਂ ਚੱਲਦੇ ਆ, ਉਹਨਾਂ 'ਚ ਮੈਂ ਦੇਖਿਆ ਉਹਨਾਂ ਲੋਕਾਂ ਨੂੰ, ਮੈਂ ਬੈਠਾ ਵੀ ਉਹਨਾਂ ਲੋਕਾਂ ਨਾਲ ਜਿਨ੍ਹਾਂ ਨੂੰ ਤਰੱਕੀ ਆਏ ਨਹੀਂ ਮਿਲੀ ਵੀ ਇੱਕ ਚੀਜ਼ ਆਈ ਤੇ ਬੂਮ। ਜਿਨ੍ਹਾਂ ਨੇ ਤਰੱਕੀ ਨਾ ਮਰ ਕੇ ਲਈ ਹੈ, ਉਹ ਬੰਦਿਆਂ ਦੇ ਵਿੱਚ ਧੀਰਜ ਬਹੁਤ ਹੁੰਦਾ। ਉਹ ਬੰਦੇ ਹਵਾ 'ਚ ਨਹੀਂ ਉੱਡਦੇ, ਉਹ ਬੰਦੇ ਛੇਤੀ ਪੈਰ ਨਹੀਂ ਛੱਡਦੇ, ਕਿਉਂਕਿ ਉਹਨਾਂ ਦੇ ਪੈਰ ਬੜੇ ਔਖੇ ਟੱਟੇ ਗਏ ਆ ਆਪਦੇ ਜਿਹੜੇ ਚੱਕਰਾਂ 'ਚੋਂ ਫਸੇ ਹੁੰਦੇ ਆ ਨਾ। ਹੁਣ ਉੱਦਾਂ ਦੀ ਸਾਡੀ ਸੋਚ ਹੈ। ਮੈਂ 2006 ਤੋਂ ਥੀਏਟਰ ਕਰ ਰਿਹਾ, ਭਾਜੀ ਪੜ੍ਹਾਈਆਂ ਕਰ ਰਹੇ ਆ, ਫਿਲਮ ਪੈਸ਼ਨ, ਪਤਾ ਨਹੀਂ ਕਿੰਨੀਆਂ ਫਿਲਮਾਂ ਮੈਨੂੰ ਰੋਜ਼ ਗਿਣਾ ਦਿੰਦੇ ਆ ਵੀ ਆਹ ਵੀ ਮੈਂ ਦੇਖੀ ਹੈ। ਸੋ ਇੱਦਾਂ ਹੀ ਵੀ ਪੈਸ਼ਨ ਹੋਣਾ ਚਾਹੀਦਾ। ਪਾਸ਼ਾ ਵੀ ਹੋਣਾ ਚਾਹੀਦਾ ਤੁਹਾਡੇ ਕੋਲ। ਅਸੀਂ ਪਾਸ਼ਾ ਕੋਲ ਚੱਲੇ ਆ। ਸਾਡਾ ਕਲਰਿੰਗ ਕੋਵਿਡ ਵਾਲੀ ਮੂਵੀ ਦੀ ਸ਼ਹਿਜ਼ਾਦ ਪਾਸ਼ਾ ਜੀ ਕਰ ਰਹੇ ਨੇ, ਉਹਨਾਂ ਨੂੰ ਹਾਰਡ ਡਰਾਈਵ ਦੇਣ ਚੱਲੇ ਆ। ਹਾਰਡ ਟਾਈਮ ਤੇ ਬਸ ਆਹੀ ਗੱਲਾਂ ਬਾਤਾਂ ਚੱਲਦੀਆਂ ਰਹਿੰਦੀਆਂ ਸਾਡੇ ਤਾਂ ਸਾਰਾ ਟਾਈਮ ਫਿਲਮਾਂ ਦੀਆਂ। ਆਹ ਸਟੋਰੀ ਡਿਸਕਸ ਕਰ ਲਈ, ਉਹ ਸਟੋਰੀ ਡਿਸਕਸ ਕਰ ਲਈ, ਤੇ ਬਾਕੀ ਫਿਰ ਰਾਤ ਨੂੰ ਤੁਸੀਂ ਗੱਲਾਂ ਕਰੋਗੇ। 15 ਮਿੰਟ ਆਪਾਂ ਕਰ ਲਈਆਂ, ਆਲਮੋਸਟ 15 ਮਿੰਟਾਂ ਪੂਰੀਆਂ ਕਰ ਲਈਏ, ਰਹਿ ਗਏ 50 ਸੈਕਿੰਡ। ਨਹੀਂ ਇੱਕ ਗੱਲ ਹੋਰ ਮੈਂ ਇਹਦੇ 'ਚ ਕਹਿੰਦਾ ਵੀ ਜਿਵੇਂ ਸਰਕਲ ਬਹੁਤ ਮੈਟਰ ਕਰਦਾ। ਹੁਣ ਜੇ ਤੁਸੀਂ ਟਰੱਕਿੰਗ 'ਚੋਂ ਤਾਂ ਤੁਸੀਂ ਟਰੱਕ ਵਾਲਿਆਂ ਦਾ ਸਰਕਲ ਬਣਾਓ, ਤੇ ਉਹਦੇ 'ਚ ਤੁਸੀਂ ਤਰੱਕੀ ਵੀ ਕਰ ਸਕਦੇ ਹੋ। ਉਹਦੇ 'ਚ ਵੀ ਪੈਸ਼ਨੇਟ ਟਰੱਕਰਸ, ਨਾ ਕਿ ਉਹ ਟਰੱਕਰਸ ਜਿਹੜੇ ਜ਼ਿੰਦਗੀ ਤੋਂ ਥੱਕ ਜੇ ਹਾਰ ਕੇ ਜਿਨ੍ਹਾਂ ਨੇ ਘਰ ਜੇ ਲੈ ਲਏ ਆ, ਤੇ ਉਹਨਾਂ ਨੂੰ ਹੁੰਦਾ ਵੀ ਮੰਡੇ ਟੂ ਫਰਾਈਡੇ ਗਧਿਆਂ ਵਾਂਗੂ 14 ਘੰਟੇ ਲਾਈਏ, ਤੇ ਬਾਅਦ 'ਚ ਜਾ ਕੇ ਸੈਟਰਡੇ ਨੂੰ ਬਹਿ ਕੇ ਤੇ ਬਾਰਬੀਕਿਊ ਕਰਕੇ ਤੇ ਬੀਅਰ ਦੀ ਕੇਨ ਜੀ ਖੋਲ ਕੇ ਬਹਿ ਜਾਈਏ ਨਾ। ਉਹਦੇ 'ਚ ਵੀ ਤੁਸੀਂ ਪੈਸ਼ਨੇਟ ਟਰੱਕਰਸ ਨਾਲ ਬੈਠੋਗੇ ਤਾਂ ਤੁਸੀਂ ਅੱਗੇ ਵਧੋਗੇ। ਤੁਸੀਂ ਬਿਲਡਰ ਹੋ ਤਾਂ ਬਿਲਡਰਸ ਨਾਲ ਬੈਠੋਗੇ, ਨਵੇਂ ਚੀਜ਼ਾਂ ਸਿੱਖੋਗੇ। ਹੁਣ ਅਸੀਂ ਇਕੱਠੇ ਰਹਿੰਦੇ ਹਾਂ, ਸਾਡੇ ਇਕੱਠੇ ਰਹਿਣ ਦਾ ਕਾਰਨ ਹੀ ਹੈ ਕਿ ਅਸੀਂ ਫਿਲਮ ਮੇਕਰ ਆ। ਸਾਡੀ ਦੋਨਾਂ ਦੇ ਨਾ, ਮੈਂ ਇਹਨਾਂ ਨੂੰ ਕਹਿੰਦਾ ਨਾ ਵੀ ਸਾਡਾ ਦੋਨਾਂ ਦਾ ਵਿਜ਼ਨ ਬੜਾ ਮੈਚ ਕਰ ਜਾਂਦਾ। ਜਦੋਂ ਮੈਂ ਕੋਈ ਗੱਲ ਕਰਦਾ, ਇਹ ਕਹਿੰਦੇ ਹਾਂ ਆਹੀ ਮੈਂ ਸੋਚਦਾ ਜੀ। ਸਮਟਾਈਮ ਇਹ ਗੱਲ ਕਰਦੇ, ਮੈਂ ਕਹਿੰਦਾ ਹਾਂ ਆਹੀ ਮੈਂ ਸੋਚਦਾ ਜੀ। ਸੋ ਜਿਹੜਾ ਤੁਹਾਡਾ ਵਿਜ਼ਨ ਹੈ ਨਾ, ਉਦੋਂ ਜਦੋਂ ਇੱਕ ਲੈਵਲ ਤੇ ਹੋ ਜਾਂਦਾ ਨਾ, 2 ਬੰਦਿਆਂ ਦਾ ਜਾਂ 3 ਬੰਦਿਆਂ ਦਾ ਟੀਮ ਦਾ, ਫੇਰ ਤਾਂ ਤਰੱਕੀ ਮੂਹਰੇ ਭੱਜੀ ਪਈ ਹੈ। ਤੇ ਇੱਕ ਸਾਰਿਆਂ ਤੇ ਭਰੋਸਾ ਕਰੋ, ਜਿਹੜੇ ਤੁਹਾਡੀ ਟੀਮ ਦੇ ਬੰਦੇ ਆ, ਵੀ ਇਹ ਕਰ ਲੂਗਾ। ਹਾਂ, ਇਹਨ 2 ਕੰਮ ਉਹਨੂੰ ਵਾਸਤੇ ਨਾ ਪੁੱਛੋ ਭਾਜੀ ਹੋ ਗਿਆ, ਨਹੀਂ ਹੋਇਆ ਤਾਂ ਇੱਕ ਅੱਧਾ ਦਿਨ 'ਚ ਹੋ ਜਾਊਗਾ, ਪਰ ਉੱਤੇ ਭਰੋਸਾ ਕਰੋ। ਤੁਸੀਂ ਜਲਦਬਾਜ਼ੀ ਨਾ ਕਰੋ। ਤੁਸੀਂ ਆਪਣਾ ਕੀ ਕਹਿੰਦੇ, ਤੁਸੀਂ ਉਹ ਬੰਦੇ ਨੂੰ ਆਈਏ ਅਗਲਾ ਟੋਡ ਮੋਲ, ਇਹ ਨਹੀਂ ਅਗਲਾ, ਕੁਝ ਹੋਰ ਹੀ ਉਹਦਾ ਨਾਮ ਵੀ ਹੈ ਜੀ, ਕਾਪਰ ਮਿਲ। ਸੋ ਤੁਸੀਂ ਭਰੋਸਾ ਕਰੋ, ਤੁਸੀਂ ਬੰਦੇ ਨੂੰ ਉਹਦਾ ਪੈਸ਼ਨ ਦਿਖਾਉਣ ਦਾ ਮੌਕਾ ਦਿਓ, ਤੁਸੀਂ ਬੰਦੇ ਨੂੰ ਟਾਈਮ ਦਿਓ। ਸੋ ਟਾਈਮ ਦੇਣਾ ਬਹੁਤ ਜ਼ਰੂਰੀ ਹੈ। ਨੰਬਰ 17 ਉਹਦੇ ਖੜੀ ਉਹਦੀ ਗੱਡੀ ਗ੍ਰੇ, ਇਹਦੀ ਦੂਜੀ ਤਾਂ ਦੇਖੀ ਨਹੀਂ, ਦੂਜੀ ਦਾ ਰੌਲਾ ਇੰਨਾ ਪਾਇਆ ਮਾਰਦਾ ਲਈ, ਮੈਨੂੰ ਲੱਗਦਾ ਲਈ ਤਾਂ ਹੋਣੀ ਹੈ, ਪਰ ਉਹ ਇਹਨੂੰ ਚਲਾਉਣ ਨੂੰ ਨਹੀਂ ਮਿਲਦੀ ਹੋਣੀ। ਸੋ ਚਲੋ ਜੀ, ਅਸੀਂ ਪਾਸ਼ਾ ਹੀ ਸਾਈਨਿੰਗ ਆਊਟ, ਟਾਕ ਟੂ ਯੂ ਗਾਇਜ਼ ਲੇਟਰ, ਬਾਏ। ਫਿਰ ਅਗਲੀ ਗੱਲਬਾਤ। ਦੇਖੋ ਮਿਹਨਤ ਦੀ ਗੱਲ ਹੋਈ ਸੀ ਨਾ ਆਪਣੀ, ਆਪਾਂ ਮਿਹਨਤ ਦੇ ਉੱਤੇ ਟਾਕ ਕਰ ਰਹੇ ਸੀ, ਨਾਲ ਆਪਾਂ ਗੱਲ ਕਰਦੇ ਫਿਲਮਾਂ ਦੀ, ਫਿਲਮਾਂ ਕਿੱਦਾਂ ਇਹ ਸੋ ਮਿਹਨਤ ਦੀ ਜੇ ਆਪਾਂ ਗੱਲ ਕਰੀਏ ਤਾਂ ਮਿਹਨਤ ਇਹ ਹੈ ਕਿ ਹੁਣ ਕੋਈ ਦੇਖੋ ਵੀ ਮੈਂ ਬਣਨਾ ਫਿਲਮ ਮੇਕਰ ਚਾਹੁੰਦਾ ਹਾਂ, ਕਰਦਾ ਮੈਂ ਸਾਰਾ ਦਿਨ ਫਿਲਮਾਂ ਦੀਆਂ ਗੱਲਾਂ, ਪਰ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਰਾਤ ਨੂੰ ਮੈਂ ਟਰੱਕ ਚਲਾਉਂਦਾ। ਮੈਂ ਰਾਤ ਨੂੰ ਡੇਲੀ ਮੇਰੀ 8 ਘੰਟੇ ਦੀ ਸ਼ਿਫਟ ਹੁੰਦੀ ਹੈ, ਜਿਹੜੀ ਕਿ ਲੇਟ ਨਾਈਟ ਸਟਾਰਟ ਹੁੰਦੀ ਹੈ, ਤੇ ਫਿਰ ਉਸ ਤੋਂ ਬਾਅਦ ਖਤਮ ਹੁੰਦੀ ਹੈ। ਬਹੁਤ ਸਾਰੇ ਲੋਕਾਂ ਨੂੰ ਮੈਂ ਪਰਸਨਲ ਤੌਰ 'ਤੇ ਜਾਣਦਾ ਜਿਨ੍ਹਾਂ ਨੇ ਇੱਦਾਂ ਦੀ ਮਿਹਨਤ ਕੀਤੀ ਹੈ।
ਤੇ ਉਹ ਬਾਅਦ ਦੇ ਵਿੱਚ ਉਹ ਕੁਝ ਹੋਰ ਬਣੇ, ਸਕਸੈਸਫੁਲ ਹੋਏ ਲਾਈਫ ਦੇ ਵਿੱਚ, ਹੈ ਨਾ, ਕੁਝ ਹੋਰ ਨਿਕਲਿਆ, ਉਹਨਾਂ ਨੇ ਹੋਰ ਕੁਝ ਕੀਤਾ। ਸੋ ਇੱਦਾਂ ਦੇ ਬਹੁਤ ਸਾਰੇ ਲੋਕਾਂ ਨੂੰ ਮੈਂ ਜਾਣਦਾ ਯਾਰ। ਇੱਕ ਤਾਂ ਬੜੀ ਇਹ ਨਾ ਉਹ ਹੈ ਨਹੀਂ ਮੇਰੇ ਕੋਲ ਅੱਜ, ਤੇ ਆਹ ਮੇਰਾ ਕੰਮ ਜਿਹੜਾ ਬੜਾ ਜ਼ਰੂਰੀ ਹੈ, ਕਿਉਂਕਿ ਇਹ ਜਿਹੜੀ ਵੀਡੀਓ ਹੈ ਨਾ, ਇਹ ਇਕੱਲੀ ਵੀਡੀਓ ਨਹੀਂ ਹੈ, ਇਹ ਮੋਟੀਵੇਸ਼ਨਲ ਵੀਡੀਓ ਹੈ, ਇਹਦੇ ਨਾਲ ਬਹੁਤ ਲੋਕਾਂ ਤੇ ਅਸਰ ਪੈਣਾ। ਇਹ ਵੀਡੀਓ ਨੇ ਬਹੁਤ ਲੋਕਾਂ ਨੂੰ ਇਹ ਦੱਸਣਾ ਕਿ ਵੀਰੇ ਲਾਈਫ ਜਿਹੜੀ ਆ ਅਨਪ੍ਰੈਡਿਕਟੇਬਲ ਆ, ਲਾਈਫ ਜਿਹੜੀ ਆ ਉਹ ਆਏ ਨਹੀਂ ਚੱਲਦੀ, ਫੁੱਲਾਂ ਦੀ ਸਟੇਜ ਨਹੀਂ ਹੈ ਲਾਈਫ। ਲਾਈਫ ਤਾਂ ਕੰਡਿਆਂ ਦੀ ਸਟੇਜ ਆ। ਆ ਪਿੱਛੇ ਇੱਕ ਬਾਦਲ ਨਹੀਂ ਹੈਗਾ, ਇਹ ਕੀ ਪ੍ਰੋਬਲਮ ਹੈ? ਮੈਂ ਦੱਸਦਾ, ਕਈ ਕੈਸਕੇਡੀਆ ਨਵੇਂ ਲਾਂਚ ਹੋਏ ਆ, ਇਹਨਾਂ ਦੀਆਂ ਲਾਈਟਾਂ ਇੰਨੇ ਬੇਕਾਰ ਬੰਦੇ ਨੇ ਬਣਾਈਆਂ ਨੇ। ਲਾਈਟਾਂ ਸ਼ਾਰਪ ਹੋਣੀਆਂ ਚਾਹੀਦੀਆਂ, ਆਈ ਪਰਸਨਲੀ ਬਲੀਵ ਦੈਟ, ਬਟ ਉਹਦਾ ਜਿਹੜਾ ਐਂਗਲ ਹੈ ਨਾ ਉਹ ਸਹੀ ਹੋਣਾ ਚਾਹੀਦਾ। ਆ ਕੈਸਕੇਡੀਆ ਦਾ ਐਂਗਲ ਪਤਾ ਨਹੀਂ ਕਿਹੜੀ ਮਿਨਿਸਟਰੀ ਨੇ ਪਾਸ ਕੀਤਾ, ਇੱਕ ਤਾਂ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਘੱਟੋ ਘੱਟ ਤੁਸੀਂ ਇਹਦੀਆਂ ਲਾਈਟਾਂ ਦਾ ਐਂਗਲ ਤਾਂ ਦੇਖੋ। ਇਹ ਸਾਹਮਣੇ ਆਉਂਦੇ ਵਹੀਕਲ ਤੁਹਾਡੀਆਂ ਅੱਖਾਂ 'ਚ ਲਾਈਟਾਂ ਮਾਰਦੇ। ਆਪਣੇ ਇੰਡੀਆ 'ਚ ਤਾਂ ਸਿਸਟਮ ਹੀ ਇਹ ਆ ਵੀ ਹਾਈ ਬੀਮ ਰੱਖ ਕੇ ਗੱਡੀ ਚਲਾਉਣੀ ਆ, ਸਾਹਮਣੇ ਵਾਲੇ ਦੇ ਮੱਥੇ 'ਚ ਲਾਈਟ ਵੱਜਣੀ ਚਾਹੀਦੀ ਆ, LED ਵੱਡੇ ਬਲਬ ਲਵਾਉਣੇ ਆ। ਸੋ ਵੀ ਇੱਥੇ ਵੀ ਇਹ ਸਿਸਟਮ ਆ ਕਿ ਨਾ ਕੈਸਕੇਡੀਆ ਦੀ ਪ੍ਰੋਬਲਮ ਹੈ। ਮੈਂ ਉਮੀਦ ਕਰਦਾ ਵੀ ਜਿਹੜੇ ਹੋਰ ਇਸ ਤੋਂ ਬਾਅਦ ਕੈਸਕੇਡੀਆ ਆਉਣਗੇ ਉਹ ਰਿਜ਼ੋਲਵ ਕਰਕੇ ਆਉਣਗੇ ਇਸ ਪ੍ਰੋਬਲਮ। ਪਰ ਜਦੋਂ ਵੀ ਮੈਨੂੰ ਇਹ ਕਰਦਾ ਮੈਂ ਬਹੁਤ ਡਿਸਹਾਰਟਡ ਹੋ ਜਾਂਦਾ ਵਿਦ ਦ ਸਿਸਟਮ, ਕਿਉਂਕਿ ਯਾਰ ਬਾਕੀ ਵੀ ਲੋਕ, ਅਸੀਂ ਵੀ ਇਨਸਾਨ ਆ। ਨਵਾਂ ਕੈਸਕੇਡੀਆ ਮੇਰੇ ਰਾਈਟ ਤੇ ਆ ਰਿਹਾ।
ਆਪਣਾ ਸਰਕਲ ਟਰੈਕਿੰਗ ਆਪਾਂ ਜਿਹਦੇ ਨਾਲ ਗੱਲ ਕਰਦੇ ਹਾਂ ਉਹ ਵੀ ਟਰੱਕ ਜਿਹੜਾ ਤੁਹਾਨੂੰ ਦੱਸ ਰਿਹਾ ਉਹ ਆਪ ਵੀ ਟਰੱਕ ਉਹਦੇ ਆਲ ਦੁਆਲ ਵੀ ਟਰੱਕ ਮੇਰੇ ਯਾਰ ਦੋਸਤ ਵੀ ਟਰੱਕ ਪਰ ਕੁਛ ਦੋਸਤਾਂ ਨੇ ਟਰੱਕਿੰਗ ਛੱਡ ਕੇ ਕੁਛ ਹੋਰ ਕੀਤਾ ਦੇ ਵਾਂਟ ਟੂ ਬਿਕਮ ਅ ਟਰੱਕਰ ਪਰ ਉਹਨਾਂ ਨੂੰ ਕੁਛ ਨਹੀਂ ਲਾਇਸੈਂਸ ਲੈਣ ਲੱਗੇ ਲਾਇਸੈਂਸ ਨਹੀਂ ਮਿਲਿਆ ਕੁਛ ਨੇ ਲਾਇਸੈਂਸ ਲਿਆ ਨਹੀਂ ਤੇ ਕੁਛ ਨੇ ਮੇਰੀ ਸਲਾਹ ਮੰਗੀ ਮੈਂ ਆਪਣੇ ਦੋਸਤਾਂ ਨੂੰ ਉਹ ਸਲਾਹ ਦਊਂਗਾ ਜਿਹੜੀ ਸਲਾਹ ਮੈਨੂੰ ਕਿਸੇ ਨੂੰ ਦੇ ਦੇਣੀ ਚਾਹੀਦੀ ਸੀ ਕਿਉਂਕਿ ਨਵਾਂ ਸੀ ਇਸ ਕੰਟਰੀ 'ਚ ਤੁਸੀਂ ਨਵੇਂ ਹੁੰਦੇ ਹੋ ਮੋਸਟਲੀ ਸਲਾਹਾਂ ਤੇ ਵਰਕਾਂ ਸਲਾਹ ਦੇ ਦਿੰਦਾ ਜਿਹੜੀ ਸਲਾਹ ਮੰਗਦੇ ਆ ਸਲਾਹ ਹੋਊਗੀ I want that if somebody asked are you trekking करते हो सवाल पूछना मेरी क्वालिफिकेशन सोचते कि बहुत बड़े ट्रैक्टर बन रहे हैं और किसी भाई ਅਸੀਂ ਸੋਚਦੇ ਹਾਂ ਵੀ ਹੌਲੀ ਹੌਲੀ ਫਿਰ 4 ਪੈਸੇ ਆਣਗੇ ਫਿਰ ਨਾ ਆਹ ਬਣ ਜਾਏਗਾ ਫਿਰ ਆਹ ਕਰ ਲਾਂਗੇ ਫਿਰ ਹੌਲੀ ਹੌਲੀ ਕਿਤੇ ਆਹ ਕਰ ਲਾਂਗੇ ਫਿਰ ਕੰਸਟਰਕਸ਼ਨ ਕਰ ਲਾਂਗੇ ਫਿਰ ਬਿਲਡ ਕਰ ਪਰ ਉਹ ਫਿਰ ਅੱਜ ਕਿਉਂ ਨਹੀਂ ਬਣ ਰਿਹਾ ਪਰ ਇੱਕ ਕਜ਼ਨ ਵਧੀਆ ਮੁੰਡਾ ਬਹੁਤ ਹੀ ਚੰਗੇ ਸੁਭਾਅ ਦਾ ਮੁੰਡਾ ਭਰਾ ਹੀ ਹੈ ਮੇਰਾ ਛੋਟਾ ਤੇ ਮੈਂ ਉਹਨੂੰ ਬਹੁਤ ਗਾਈਡ ਕੀਤਾ ਮੈਂ ਕਿਹਾ ਵੀਰੇ ਇਹ ਨਾ ਦੂਰ ਦੇ ਢੋਲ ਸੁਹਾਵਣੇ ਇਹ ਆਪਾਂ ਨੂੰ ਦੇਖ ਰਹੇ ਆ ਕਿ 4450 ਹੁਣੀ ਬਣੀ ਜਾਂਦਾ ਮੇਰੇ ਨਾਲ ਦੇ ਵਿਚਾਰੇ ਸੜੀਆਂ ਬੜੀਆਂ ਜੌਬਾਂ ਕਰਕੇ 2500 3000 ਰੁਪਏ ਮੈਂ 4450 ਮੈਂ ਤਾਂ ਆਏ ਖਿੱਚ ਦੂੰ ਮੈਂ ਤਾਂ ਆਏ ਕਿ ਉੱਥੋਂ ਸੌਂਦਾ ਨਹੀਂ ਕੋਈ ਕਰਦਾ ਨਹੀਂ ਬੱਚਾ ਹੀ ਫਿਰਦਾ ਸਵੇਰੇ ਸ਼ਾਮ 5 ਮਿੰਟ ਤੇ ਮੈਂ ਉਹਨੂੰ ਕਿਹਾ ਵੀ ਇਹ ਸਾਰੀ ਉਮਰ 4450 6000 ਦੈਟਸ ਇਟ ਤੁਸੀਂ ਐਂਡ ਆਫ ਦਾ ਡੇ ਜਦੋਂ ਤੁਸੀਂ ਉਹਨਾਂ ਰੈਪਰੇਟਰ ਵੀ ਹੋ ਜਾਂਦੇ ਹੋ ਤੁਸੀਂ ਉਦੋਂ ਵੀ ਕੈਲਕੂਲੇਟ ਕਰਕੇ ਦੇਖ ਲਿਓ ਤੁਸੀਂ 6000 ਨਹੀਂ ਟੱਪ ਤੁਹਾਡੇ ਉਹਨੇ ਖਰਚੇ ਪੈ ਜਾਂਦੇ ਆ ਹੋਰ ਲੈਟਰ ਪੜ੍ਹਨ ਤੁਸੀਂ 6000 ਐਂਡ ਆਫ ਦੀ ਡੇ ਬਾਈ ਦਾ ਬੁੱਕਸ ਜੇ ਤੁਸੀਂ ਚੱਲੋਗੇ ਤੁਸੀਂ 6000 ਨਹੀਂ ਟੱਪ ਸੋ ਉਹ ਮੈਂ ਇਹ ਗੱਲ ਸਮਝਾਈ ਪਰ ਛੋਟਾ ਹੈ ਉਹ ਨਾਦਾਨ ਹੈ ਉਹਨੂੰ ਇਹ ਚੀਜ਼ ਲੱਗਦੀ ਹੈ ਵੀਰਾ ਸ਼ਾਇਦ ਚਾਹੁੰਦਾ ਨਹੀਂ ਕਿ ਵੀ ਮੈਂ ਘੈਂਟ ਜ਼ਿੰਦਗੀ ਜੀਵਾਂ ਜਦ ਕਿ ਉਹਨੂੰ ਕਮਲੇ ਨੂੰ ਨਹੀਂ ਪਤਾ ਵੀਰਾ ਚਾਹੁੰਦਾ ਕਿ ਜਿਹੜੀਆਂ ਚੀਜ਼ਾਂ ਮੈਂ ਮਿਸ ਕੀਤੀਆਂ ਤੂੰ ਨਾ ਮਿਸ ਕਰ ਗੱਲ ਤਾਂ ਆਪਾਂ ਫਿਲਮ ਮੇਕਰ ਦੀ ਕਰ ਰਹੇ ਸੀ ਤੇ ਗੱਲਾਂ ਆਪਾਂ ਹੋਰ ਪਾਸੇ ਲੈ ਵੜੀ ਯਾਰ ਟਿਕ 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 ਪਤਾ ਕਿਉਂ ਹੈ ਕਿਉਂਕਿ ਮੈਂ ਲੈਫਟ ਜਾਂ ਰਾਈਟ ਲੈ ਰਿਹਾ ਨਾਲ ਨਾਲ